सतनाम श्री वाहिगुरु साहिब जी। कतिक कर्म कमावणे दोष न काहू जोग। परमेश्वर ते भुलिया व्यापन सभे रोग। कतिक कर्म कमावणे दोष न काहू जोग। परमेश्वर ते भुलिया व्यापन सभे रोग। बेमुख होए राम ते लगन जन्म विजोग। खिन मह कौड़े होए गए जितड़े माया भोग। विच न कोई कर सकै किसै रोवै रोज। कीता किछु न होवई लिखिया तुर संजोग। वड भागी मेरा प्रभ मिलै ता उतरै सब वियोग। नानक को प्रभ राख ले मेरे साहिब मंदी मोज। कतक होवै साध संग बिनसै सभे सोच। नानक को प्रभ राख ले मेरे साहिब बंदी मोच। कतक होवै साध संग बिनसै सभे सोच। वाहिगुरु जी का खालसा वाहिगुरु जी की फतेह। परम सत्कारयोग गुरु रूप खालसा साध संगत जी, अज संगरांद का दिहाड़ा है। कतक का महीना चढ़िया है। रुत्तां आउंदियां रहिंदियां ने जांदियां रहिंदियां ने। कदे सर्दी आ गई गर्मी आ गई 6 प्रकार दीयां रुत्तां हुंदियां हन। सो जो एक रुत्त है ये 2-2 महीने की हुंदी है। सो इस तरह करके साध संगत जी अज सतगुर महाराज जी श्री गुरु अर्जन देव जी महाराज मांझ राग दे विच सानू कतक दे महीने राही सानू परम पवित्र उपदेश की बख्शिश कर रहे हैं। आओ सारे जी मन बिरतियाँ एकाग्र करके गुरु के बचनों नूं आपां सरवण करिए। सारी संगत जी प्यार ते सत्कार नाल सारे गज के आखो जी सतनाम श्री वाहिगुरु साहिब जी। सतनाम श्री वाहिगुरु साहिब जी। कतक कर्म कमावणे दोष न काहू जोग। कतक तो भाव कतक का महीना। साध संगत जी कतक का महीना हो गया तो पोह का महीना हो गया। ये 2 महीनों माड़े गिणिया जाया करता सी पहला पुरातन इतिहास मुताबिक। पर सतगुरु नानक देव जी महाराज कतक की पूर्णमासी में अवतार धारण किया और पोह सुदी सत्ते नूं श्री गुरु गोबिंद सिंह महाराज जी ने अवतार धारण किया। सो महाराज ने ये वहम कढ़ दिते कि कतक के महीने या पोह के महीने जन्म लैना माड़ा हुंदा है। तो सच्चे पातशाह महाराज ने ये वहम दूर कर दिता। महाराज ने आप इन्हां 2 महीनों विच अवतार धारण किया है। सो कतक की पूर्णमासी में धूम धाम नाल श्री गुरु नानक देव महाराज जी का अवतार पुरब मनाया जाता है और पोह सुदी सत्ते नूं 10वें पातशाह श्री गुरु गोबिंद सिंह महाराज जी का अवतार पुरब मनाया जाता है। तो महाराज ने वहम दूर कर दिता कि सारे महीने भाई पवित्र ही होया करते हैं, इस करके वहम ना करो। सो कतक का महीना जो है इस विच गुरु अर्जन देव जी महाराज सानू फरमान करके दसदे हैं
ਕਿ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਰਾਹੀਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਕਿਸੇ ਨੂੰ ਕੋਈ ਦੋਸ਼ ਨਾ ਪਾਈ ਦੇਵੋ। ਜੋ ਅਸੀਂ ਕਰਮ ਕੀਤਾ ਹੈ ਉਸ ਕਰਮਾਂ ਮੁਤਾਬਕ ਸਾਨੂੰ ਫਲ ਮਿਲਦਾ ਹੈ। ਅਸੀਂ ਦੋਸ਼ ਦਿੰਦੇ ਹਾਂ ਮਨੁੱਖਾਂ ਨੂੰ ਕਿ ਇਹਨੇ ਮੈਨੂੰ ਦੁੱਖ ਦਿੱਤਾ, ਮੈਨੂੰ ਫਲਾਣੇ ਨੇ ਦੁੱਖ ਦਿੱਤਾ ਏ। ਉਹ ਦੁੱਖ ਦੇਣ ਦਾ ਕੋਈ ਕਾਰਨ ਬਣਨਾ ਹੁੰਦਾ, ਪਿਛਲੇ ਜਨਮਾਂ ਦਾ ਸਾਡਾ ਹਿਸਾਬ ਕਿਤਾਬ ਹੁੰਦਾ। ਉਸ ਦੇ ਮੁਤਾਬਕ ਕੋਈ ਵਿਧਨਾ ਕਾਰਨ, ਦੇਸ਼, ਕਾਲ, ਵਸਤੂ, ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ। ਤਾਂ ਸਾਨੂੰ ਉਹ ਜਿਹੜਾ ਪਿਛਲੇ ਕਰਮਾਂ ਦਾ ਅਸੀਂ ਕੋਈ ਕਰਮ ਕੀਤਾ, ਚੰਗਾ ਕੀਤਾ ਜਾਂ ਮਾੜਾ ਕੀਤਾ, ਉਸ ਨੂੰ ਫਿਰ ਭੁਗਤਾਉਣ ਵਾਸਤੇ ਇਹ ਵਿਧਨਾ ਜਾਂ ਕਾਰਨ ਬਣਿਆ ਕਰਦਾ ਹੈ। ਮਹਾਰਾਜ ਜੀ ਕਹਿੰਦੇ ਕਿਸੇ ਨੂੰ ਦੋਸ਼ ਨਹੀਂ ਦੇਣਾ। ਜਿਸ ਤਰ੍ਹਾਂ ਦੇ ਤੂੰ ਕਰਮ ਕੀਤੇ ਨੇ ਉਸ ਤਰ੍ਹਾਂ ਦਾ ਹੀ ਤੈਨੂੰ ਫਲ ਮਿਲਦਾ ਹੈ। ਵੈਸੇ ਵਿਦਵਾਨਾਂ ਨੇ ਜਿਹੜੇ ਕਰਮ ਨੇ ਇਹ ਦੋ ਪ੍ਰਕਾਰ ਦੇ ਦੱਸੇ ਹਨ, ਵਿਹਿਤ ਕਰਮ ਅਤੇ ਅਵਿਹਿਤ ਕਰਮ। ਵਿਹਿਤ ਕਰਮ ਤੋਂ ਭਾਵ ਹੈ ਜਿਹੜੇ ਸ਼ੁਭ ਕਰਮ ਹੁੰਦੇ ਨੇ, ਅਵਿਹਿਤ ਕਰਮ ਤੋਂ ਭਾਵ ਹੈ ਜਿਹੜੇ ਅਸ਼ੁਭ ਕਰਮ ਹੁੰਦੇ ਹਨ। ਵਿਹਿਤ ਕਰਮ ਤੋਂ ਭਾਵ ਹੋ ਗਿਆ ਜਿਹੜੇ ਸ਼ੁਭ ਕਰਮ ਨੇ ਔਰ ਜਿਸ ਨੂੰ ਗੁਰੂ ਅਤੇ ਸ਼ਾਸਤਰ ਆਗਿਆ ਦਿੰਦਾ ਕਰਨ ਦੀ ਕਿ ਇਹ ਕਰਮ ਤੁਸੀਂ ਕਰ ਸਕਦੇ ਹੋ। ਜਿਹੜੇ ਸ਼ੁਭ ਕਰਮ ਨੇ ਅੱਗੋਂ ਇਹ 5 ਪ੍ਰਕਾਰ ਦੇ ਨੇ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਨੇ ਨਿਤ ਕਰਮ, ਦੂਸਰੇ ਨੰਬਰ 'ਤੇ ਨੇ ਨਿਮਿਤ ਕਰਮ, ਫਿਰ ਸਕਾਮ ਕਰਮ, ਫਿਰ ਨਿਸਕਾਮ ਕਰਮ ਅਤੇ 5ਵੇਂ ਦਰਜੇ 'ਤੇ ਹੋ ਗਏ ਪ੍ਰਾਸ਼ਚਿਤ ਕਰਮ। ਇਹ ਜਾਣੀ ਸਾਰੇ ਸ਼ੁਭ ਕਰਮਾਂ ਦੇ ਵਿੱਚ ਆਉਂਦੇ ਹਨ। ਜਿਹੜੇ ਨਿਤ ਕਰਮ ਵਿੱਚ ਆ ਗਏ, ਜਿਸ ਤਰ੍ਹਾਂ ਸਿੱਖ ਉੱਠਦਾ, ਗੁਰਬਾਣੀ ਪੜ੍ਹਦਾ, ਨਾਮ ਜਪਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ, ਉਸ ਨੂੰ ਇਹ ਸਾਡਾ ਨਿੱਤ ਦਾ ਕਰਮ ਹੋ ਗਿਆ। ਜਿਵੇਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਸੋ ਇਹ ਜਾਣੀ ਸਿੱਖ ਦਾ ਨਿਤ ਕਰਮ ਹੋ ਗਿਆ। ਜਾਣੀ ਜੋ ਰੋਜ਼ਾਨਾ ਉਸਨੇ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ, ਗੁਰਬਾਣੀ ਪੜ੍ਹਨੀ, ਨਾਮ ਜਪਣਾ, ਸੋ ਇਹ ਉਸਦਾ ਨਿਤ ਕਰਮ ਆ ਗਿਆ। ਨਿਮਿਤ ਕਰਮ ਇਸ ਤਰ੍ਹਾਂ ਆ ਜਾਂਦਾ ਜਿਵੇਂ ਕਿਸੇ ਖਾਸ ਪੁਰਬ ਦਿਹਾੜੇ ਦੇ ਉੱਪਰ ਕੀਤਾ ਜਾਵੇ, ਉਸ ਨੂੰ ਨਿਮਿਤ ਕਰਮ ਕਹਿੰਦੇ ਨੇ। ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਹਾਂ, ਵਿਸਾਖੀ ਦਾ ਦਿਹਾੜਾ ਮਨਾਉਂਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਅਵਤਾਰ ਪੁਰਬ ਮਨਾਉਂਦੇ ਹਾਂ। ਸੋ ਜਿਹੜੇ ਐਸੇ ਦਿਹਾੜੇ ਮਨਾਏ ਜਾਂਦੇ ਨੇ, ਜਾਂ ਕੋਈ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਜਾਂ ਫਿਰ ਜੋਤੀ ਜੋਤ ਦਿਵਸ ਅਸੀਂ ਮਨਾਉਂਦੇ ਹਾਂ, ਸੋ ਇਹਨਾਂ ਨੂੰ ਨਿਮਿਤ ਕਰਮ ਕਹਿੰਦੇ ਨੇ। ਸੋ ਇਹ ਦੂਸਰੇ ਨੰਬਰ ਦੇ ਉੱਪਰ ਕਰਮ ਆ ਗਏ ਨਿਮਿਤ ਕਰਮ ਜੀ। ਇਸ ਤੋਂ ਅੱਗੇ ਆ ਜਾਂਦੇ ਨੇ ਇਹਨਾਂ ਵਾਸਤੇ ਜਿਹੜੇ ਨਿਤ ਕਰਮ ਨੇ ਜਾਂ ਨਿਮਿਤ ਕਰਮ ਨੇ। ਨਿਮਿਤ ਕਰਮਾਂ ਦੇ ਵਿੱਚ ਕੋਈ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦਾ, ਕੋਈ ਸਹਿਜ ਪਾਠ ਕਰਦਾ, ਸੁਖਮਨੀ ਸਾਹਿਬ ਦੇ ਪਾਠ ਕਰਦਾ, ਹੋਰ ਜਾਣੀ ਕੋਈ ਜਾਪ ਆਰੰਭ ਕਰਦਾ ਹੈ, ਫਿਰ ਉਸ ਦੇ ਭੋਗ ਪਾਏ ਜਾਂਦੇ ਨੇ। ਇਹ ਨਿਮਿਤ ਕਰਮ ਦੇ ਵਿੱਚ ਹੁੰਦਾ ਹੈ। ਸੋ ਇਸ ਤੋਂ ਅੱਗੇ ਆ ਜਾਂਦਾ ਜੀ ਸਕਾਮ ਕਰਮ। ਕਿਸੇ ਕਾਮਨਾ ਨੂੰ ਲੈ ਕੇ ਕਰਮ ਕੀਤਾ ਜਾਂਦਾ ਹੈ ਕਿ ਹੇ ਪ੍ਰਭੂ, ਹੇ ਸਤਿਗੁਰੂ ਮਹਾਰਾਜ ਜੀ, ਮੇਰੀ ਇਹ ਕਾਮਨਾ ਤੁਸੀਂ ਪੂਰੀ ਕਰ ਦੇਵੋ। ਕੋਈ ਇੱਛਾ ਨੂੰ ਲੈ ਕੇ ਕਰਮ ਕੀਤਾ ਜਾਂਦਾ ਹੈ, ਮੇਰਾ ਬੱਚਾ ਬਾਹਰ ਚਲਾ ਜਾਵੇ, ਸੈੱਟ ਹੋ ਜਾਵੇ, ਮੇਰੇ ਬੱਚੇ ਨੂੰ ਨੌਕਰੀ ਮਿਲ ਜਾਵੇ। ਸੋ ਇਸ ਤਰ੍ਹਾਂ ਕਰਕੇ ਐਸੇ ਜੋ ਕਰਮ ਨੇ, ਮੇਰੀ ਫਸਲ ਵਧੀਆ ਹੋ ਜਾਵੇ, ਮੇਰੇ ਡੰਗਰ ਪਸ਼ੂ ਦੁੱਧ ਵਧੀਆ ਦੇਣ, ਇਹਨਾਂ ਨੂੰ ਸਕਾਮ ਕਰਮ ਕਹਿੰਦੇ ਨੇ। ਕਿਸੇ ਵੀ ਕਾਮਨਾ ਨੂੰ ਲੈ ਕੇ ਕਰਮ ਕੀਤਾ ਜਾਂਦਾ ਹੈ। ਸੋ ਇਸ ਤੋਂ ਅੱਗੇ ਆ ਜਾਂਦੇ ਨੇ ਨਿਸਕਾਮ ਕਰਮ। ਨਿਸਕਾਮ ਕਰਮਾਂ ਦੇ ਵਿੱਚ ਕਾਮਨਾ ਕੋਈ ਨਹੀਂ ਹੁੰਦੀ, ਕੋਈ ਵੀ ਦੁਨਿਆਵੀ ਮੰਗ ਨਹੀਂ ਹੁੰਦੀ। ਉਹ ਇਸ ਤਰ੍ਹਾਂ ਆ ਜਾਂਦਾ ਕਿ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਉਹ ਨਿਸਕਾਮ ਹੋ ਕੇ ਸੇਵਾ ਕਰਦੇ ਨੇ, ਕਾਮਨਾ ਕੋਈ ਨਹੀਂ ਹੈ। ਕੀ ਕਾਮਨਾ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਵਾਹਿਗੁਰੂ ਜੋ ਤੇਰੀ ਮਾਇਆ ਹੈ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਸਵੰਤ ਹੈ, ਮੈਂ ਇਸ ਕਰਕੇ ਮਾਇਆਵੀ ਕੋਈ ਪਦਾਰਥ ਨਹੀਂ ਮੰਗਦਾ। ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਨਾਸ ਤੋਂ ਰਹਿਤ ਹੋ, ਅਬਨਾਸੀ ਹੋ ਆਪ ਜੀ, ਇਸ ਲਈ ਮੈਂ ਕੇਵਲ ਆਪ ਜੀ ਨੂੰ ਹੀ ਮੰਗਦਾ ਹਾਂ। ਸੇਵਾ ਕਰਤ ਹੋਏ ਨਿਹਕਾਮੀ। ਇਹ ਜਿਹੜਾ ਕੋਈ ਨਿਸਕਾਮ ਸੇਵਾ ਕਰੇਗਾ ਉਸ ਨੂੰ ਪਰਮੇਸ਼ਰ ਦੀ ਖੁਸ਼ੀ, ਗੁਰੂ ਦੀ ਖੁਸ਼ੀ ਔਰ ਗੁਰੂ ਦੀ ਪ੍ਰਾਪਤੀ, ਪਰਮੇਸ਼ਰ ਦੀ
ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਤੇ ਉਸ ਵਿੱਚ ਅਭੇਦਤਾ ਹੋ ਜਾਏਗੀ। ਸੋ ਇਹ ਨਿਸ਼ਕਾਮ ਕਰਮ ਦਾ ਫਲ ਹੈ। ਮੁੜ ਕੇ ਆਵਾਗਾਉਣ ਦਾ ਚੱਕਰ ਖਤਮ ਹੋ ਜਾਂਦਾ ਹੈ, ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਹੈ। ਐਸਾ ਗੁਰਮੁਖ ਪਿਆਰਾ। ਸੋ ਇੱਕ ਹੁੰਦੇ ਨੇ ਜੀ ਪ੍ਰਾਸ਼ਚਿਤ ਕਰਮ, 5ਵੇਂ ਦਰਜੇ ਦੇ। ਕੋਈ ਗਲਤੀ ਹੋ ਜਾਂਦੀ ਹੈ, ਭੁੱਲ ਹੋ ਜਾਂਦੀ ਹੈ, ਉਸ ਵਾਸਤੇ ਫਿਰ 5 ਪਿਆਰਿਆਂ ਦੇ ਪੇਸ਼ ਹੁੰਦਾ ਹੈ। ਕੋਈ ਕੁਰੈਤਾਂ ਹੋ ਜਾਂਦੀਆਂ ਨੇ, ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਦਵੈਸ ਵਿੱਚ ਵਿਚਰਨਾ। ਸੋ ਇਹ ਜਾਣੀ ਇਹਨਾਂ ਵਿੱਚ ਵਿਚਰ ਕੇ ਜਦੋਂ ਫਿਰ ਬੰਦਾ ਪ੍ਰਾਸ਼ਚਿਤ ਕਰਦਾ ਕਿ ਮੇਰੇ ਤੋਂ ਗਲਤੀ ਹੋ ਗਈ ਜੀ, ਭੁੱਲ ਹੋ ਗਈ ਜੀ, ਮੇਰੇ ਤੋਂ ਕੁਰੈਤਾਂ ਹੋ ਗਈਆਂ ਜੀ, 5 ਪਿਆਰੇ ਫਿਰ ਉਸ ਨੂੰ ਤਨਖਾਹ ਲਾਉਂਦੇ ਨੇ। ਇਸ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਸੋ ਇਹ ਜਾਣੀ ਸਾਰੇ ਸ਼ੁਭ ਕਰਮਾਂ ਦੇ ਵਿੱਚ ਆਉਂਦੇ ਨੇ, 5 ਪ੍ਰਕਾਰ ਦੇ ਜੋ ਇਹ ਕਰਮ ਹਨ। ਸਾਧ ਸੰਗਤ ਜੀ, ਇਹ ਵੀ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਮਨੁੱਖ ਦੇ ਵਿੱਚ, ਇਹ ਆਖਣ ਦੀ ਕਿ ਹਾਂ ਮੇਰੀ ਗਲਤੀ ਹੈ। ਇੱਕ ਐਸੇ ਇਨਸਾਨ ਨੇ ਜਿਹੜੇ ਗਲਤੀ ਮੰਨ ਕੇ ਹੀ ਨਹੀਂ ਰਾਜੀ, ਉਹ 5 ਪਿਆਰਿਆਂ ਦੇ ਪੇਸ਼ ਨਹੀਂ ਹੋਣਗੇ। ਉਹ ਬਹੁਤ ਵੱਡੀ ਹਿੰਮਤ ਦੀ ਲੋੜ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਇਹ ਸਾਬਤ ਕਰਦਾ ਹੈ ਕਿ ਜੀ ਮੇਰੀ ਗਲਤੀ ਹੋਈ ਹੈ, ਮੇਰੇ ਤੋਂ ਆਹ ਗਲਤੀ ਹੋਈ ਹੈ, ਗੁਰੂ ਦੇ ਸਾਹਮਣੇ 5 ਪਿਆਰਿਆਂ ਦੇ ਸਾਹਮਣੇ ਪੇਸ਼ ਹੁੰਦਾ ਹੈ, ਫਿਰ ਉਸ ਨੂੰ ਤਨਖਾਹ ਲਾਉਂਦੇ ਨੇ, ਸੰਗ ਸਰਮ ਉਤਾਰ ਦਿੰਦਾ ਹੈ। ਕਿਉਂ ਜੇ ਇੱਥੇ ਨਹੀਂ ਪੇਸ਼ ਹੋਏਗਾ, ਉਹਨੂੰ ਅੱਗੇ ਫਿਰ ਧਰਮਰਾਜ ਦੇ ਦਰਗਾਹ ਵਿੱਚ ਪੇਸ਼ ਹੋਣਾ ਪਏਗਾ। ਉੱਥੇ ਸਜ਼ਾ ਮਿਲੇਗੀ, ਕਿਉਂਕਿ ਫਿਰ ਵਕਤ ਖੁੰਝ ਜਾਂਦਾ। ਇਹ ਸਰੀਰ ਦੇ ਵਿੱਚ ਰਹਿੰਦੇ ਹੋਏ ਅਸੀਂ ਖਿਮਾ ਮੰਗ ਲਈਏ, ਮਾਫੀ ਮੰਗ ਲਈਏ ਔਰ ਆਪਣੇ ਆਪ ਨੂੰ ਪ੍ਰਾਸ਼ਚਿਤ ਕਰ ਲਈਏ। ਅਸੀਂ ਜੋ ਸਾਨੂੰ 5 ਪਿਆਰੇ ਜਿਸ ਤਰ੍ਹਾਂ ਦੀ ਸਾਨੂੰ ਕੋਈ ਤਨਖਾਹ ਲਾਉਂਦੇ ਨੇ, ਉਸ ਨੂੰ ਅਸੀਂ ਸਿਰ ਮੱਥੇ ਮੰਨ ਲਈਏ, ਉਹ ਇੱਥੇ ਹੀ ਸਾਡਾ ਖਹਿੜਾ ਛੁੱਟ ਜਾਂਦਾ ਹੈ। ਜੇ ਅਸੀਂ ਨਹੀਂ ਕਰਾਂਗੇ, ਘੌਲ ਕਰ ਜਾਵਾਂਗੇ, ਜਾਂ ਸਾਡੀ ਹਉਮੈ ਰਹੇਗੀ ਕਿ ਮੈਨੂੰ ਕੀ ਲੋੜ ਹੈ, ਲੋਕਾਂ ਦੇ ਸਾਹਮਣੇ ਪੇਸ਼ ਆਊਂਗਾ ਮੈਂ, ਮੇਰੀ ਬੇਇੱਜ਼ਤੀ ਹੋ ਜਾਏਗੀ। ਜਿਹੜਾ ਐਸੇ ਮਨ ਦੇ ਵਿੱਚ ਖਿਆਲ ਰੱਖੇਗਾ, ਉਹ 5 ਪਿਆਰਿਆਂ ਦੇ ਸਾਹਮਣੇ ਗਲਤੀ ਕਰਕੇ ਵੀ ਪੇਸ਼ ਨਹੀਂ ਹੁੰਦਾ। ਫਿਰ ਉਸ ਨੂੰ ਦਰਗਾਹ ਵਿੱਚ ਸਜ਼ਾਵਾਂ ਮਿਲਣਗੀਆਂ, ਉਸ ਨੂੰ ਨਰਕਾਂ ਵਿੱਚ ਵੀ ਜਾਣਾ ਪੈ ਸਕਦਾ ਹੈ। ਧਰਮਰਾਜ ਉਸ ਨੂੰ ਸਜ਼ਾ ਦੇਵੇਗਾ। 5 ਪਿਆਰੇ ਆਪਣੇ ਭਾਈ ਨੇ। ਸੋ ਆਪਣਾ ਬੰਦਾ ਜਦੋਂ ਕਿਸੇ ਨੂੰ ਕੋਈ ਸਜ਼ਾ ਦਿੰਦਾ ਹੈ, ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕੁੱਟਦੇ ਮਾਰਦੇ ਨੇ, ਪਰ ਉਹ ਦੇਖ ਕੇ ਕੁੱਟਦੇ ਮਾਰਦੇ ਨੇ ਕਿ ਇਸ ਦੇ ਸੱਟ ਨਾ ਲੱਗੇ, ਨਾਲੇ ਕੁੱਟਦੇ ਵੀ ਹੁੰਦੇ ਨੇ। ਸੋ ਇਸ ਤਰ੍ਹਾਂ ਕਰਕੇ ਗੁਰੂ ਆਪਣੇ ਸਿੱਖ ਨੂੰ ਮਾਰਦਾ ਨਹੀਂ ਹੈ, ਬਚਾਉਂਦਾ ਹੈ, ਉਸ ਨੂੰ ਰੋਕਦਾ, ਵਰਜਿਤ ਕਰਦਾ ਮਾੜੇ ਕਰਮਾਂ ਤੋਂ। ਸੋ ਇਸ ਤਰ੍ਹਾਂ ਕਰਕੇ ਜਾਣੀ ਇਹਨੂੰ ਪ੍ਰਾਸ਼ਚਿਤ ਕਰਮ ਆਖਦੇ ਨੇ। ਪ੍ਰਾਸ਼ਚਿਤ ਕਰਮਾਂ ਦੁਆਰਾ ਸਾਡਾ ਇੱਥੇ ਹੀ ਖਹਿੜਾ ਛੁੱਟ ਜਾਂਦਾ ਹੈ। ਸੋ ਇਹ ਜਾਣੀ 5 ਪ੍ਰਕਾਰ ਦੇ ਸ਼ੁਭ ਕਰਮ ਨੇ। ਔਰ ਸ਼ੁਭ ਕਰਮ ਉਹ ਹੁੰਦੇ ਨੇ ਜਿਹੜੇ ਮਾੜੇ ਕਰਮ ਹੋ ਗਏ, ਅਵਿਹਿਤ ਕਰਮ ਹੋ ਗਏ, ਜਿਨ੍ਹਾਂ ਨੂੰ ਗੁਰੂ ਅਤੇ ਸ਼ਾਸਤਰ ਆਗਿਆ ਨਹੀਂ ਦਿੰਦਾ ਕਰਨ ਦੇ, ਜਿਵੇਂ ਈਰਖਾ, ਦਵੈਸ, ਨਿੰਦਿਆ, ਝੂਠ, ਚੁਗਲੀ ਔਰ ਮਾੜੇ ਕਰਮ ਜਿਤਨੇ ਵੀ ਨੇ, ਉਹਨਾਂ ਨੂੰ ਗੁਰੂ ਅਤੇ ਸ਼ਾਸਤਰ ਕੋਈ ਆਗਿਆ ਨਹੀਂ ਦਿੰਦਾ। ਸੋ ਇਸ ਕਰਕੇ ਉਹ ਕਰਮ ਨਹੀਂ ਕਰਨੇ ਚਾਹੀਦੇ। ਉਸਨਾਂ ਨੂੰ ਜਾਣੀ ਅਵਿਹਿਤ ਕਰਮ ਆਖਿਆ ਜਾਂਦਾ ਹੈ, ਜਾਣੀ ਅਸ਼ੁਭ ਕਰਮ ਆਖਿਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਵਿਦਵਾਨਾਂ ਨੇ 5 ਪ੍ਰਕਾਰ ਦੇ ਕਰਮਾਂ ਦੀ ਗਿਣਤੀ ਕੀਤੀ ਹੈ। ਮਹਾਰਾਜ ਜੀ ਆਖਦੇ ਨੇ ਕਿ ਕਰਮ ਤੂੰ ਚੰਗਾ ਕਰਦਾ ਜਾਂ ਮਾੜਾ ਕਰਦਾ, ਇਸ ਵਾਸਤੇ ਤੂੰ ਸੁਤੰਤਰ ਹੈ, ਤੇਰੀ ਮਰਜ਼ੀ ਹੈ। ਤੂੰ ਚੰਗਾ ਕਰਮ ਕਰ ਲੈ, ਭਾਵੇਂ ਤੂੰ ਮਾੜਾ ਕਰਮ ਕਰ ਲੈ। ਚੰਗੇ ਕਰਮ ਦਾ ਤੈਨੂੰ ਚੰਗਾ ਫਲ ਮਿਲ ਜਾਏਗਾ, ਮਾੜੇ ਕਰਮ ਦਾ ਤੈਨੂੰ ਮਾੜਾ ਫਲ ਮਿਲ ਜਾਏਗਾ। ਜੇ ਤੂੰ ਕਿੱਕਰ ਬੀਜੇਗਾ ਤਾਂ ਤੈਨੂੰ ਸੂਲਾਂ ਜ਼ਰੂਰ ਮਿਲਣਗੀਆਂ, ਜੇ ਤੂੰ ਅੰਗੂਰ ਬੀਜੇਗਾ ਤਾਂ ਤੈਨੂੰ ਮਿੱਠੇ ਅੰਗੂਰ ਮਿਲਣਗੇ। ਸੋ ਇਹ ਤੈਂ ਦੇਖਣਾ ਤਾਂ ਬੀਜ ਬੀਜਣਾ ਕੈਸਾ ਹੈ। ਤੋ ਜਿਸ ਤਰ੍ਹਾਂ ਦਾ ਬੀਜ ਬੀਜੇਗਾ ਉਸ ਤਰ੍ਹਾਂ ਦਾ ਤੈਨੂੰ ਫਲ ਪ੍ਰਾਪਤ ਹੋ ਜਾਏਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਹੀ ਖਾਹੋ। ਤੂੰ ਆਪਣੇ ਆਪੇ ਬੀਜਣਾ, ਆਪਣੇ ਆਪੇ ਤੈਨੂੰ ਉਸਦਾ ਫਲ ਮਿਲਣਾ ਹੈ। ਮਨੁੱਖ ਕਰਮ ਬੀਜ ਦੇਵੇ, ਕਰਮ ਬੀਜਣ ਤੋਂ ਬਾਅਦ ਆਖੇ ਕਿ ਹੁਣ ਇਹ ਮੈਨੂੰ ਭੁਗਤਾਉਣ ਦੀ ਕੋਈ ਲੋੜ ਨਹੀਂ ਹੈ, ਇਸ ਤਰ੍ਹਾਂ ਨਹੀਂ ਹੋਣਾ ਹੈ। ਕਿਉਂਕਿ ਮਨੁੱਖ ਕਰਮ ਕਰਨ ਵਾਸਤੇ ਸੁਤੰਤਰ ਹੈ, ਭੋਗਣ ਵਾਸਤੇ ਇਹ ਪਰਤੰਤਰ ਹੈ। ਭੋਗਣਾ ਇਸ ਦੇ ਵੱਸ ਨਹੀਂ ਹੈ। ਉਸ ਨੂੰ ਜੋ ਕਰਮ ਕੀਤਾ ਉਹ ਪਰਮੇਸ਼ਰ ਨੇ ਉਸੇ ਤਰ੍ਹਾਂ ਦਾ ਇਹਦੇ ਲੇਖਾਂ ਵਿੱਚ ਲਿਖ ਦੇਣਾ ਹੈ। ਸੋ ਅਗਲੇ ਜਨਮ ਵਿੱਚ ਜਾਂ ਉਸੇ ਜਨਮ ਵਿੱਚ ਜਾਂ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਜਦੋਂ ਕੋਈ ਵਾਰੀ ਆਏਗੀ ਕਰਮ ਦੀ ਭੋਗਣ ਦੀ, ਕੋਈ ਮੌਲ ਬਣੇਗਾ, ਦੇਸ ਕਾਲ ਵਸਤੂ ਇਕੱਠੇ ਹੋਣਗੇ,
ਉਸ ਸਮੇਂ ਮਨੁੱਖ ਨੂੰ ਉਹ ਕਰਮ ਭੋਗਣਾ ਪੈਂਦਾ ਹੈ, ਜਾਣੀ ਬਚ ਨਹੀਂ ਸਕਦਾ ਆਪਣੇ ਕਰਮਾਂ ਤੋਂ, ਭਾਵੇਂ ਉਹ ਚੰਗਾ ਕਰਮ ਹੈ ਭਾਵੇਂ ਮਾੜਾ ਕਰਮ ਹੈ। ਜਾਣੀ ਕਰਮ ਤੋਂ ਬੰਦੇ ਦਾ ਖਹਿੜਾ ਨਹੀਂ ਛੁੱਟਦਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਭੋਗਣ ਤੋਂ ਬਿਨਾਂ ਨਹੀਂ ਜਾਂਦੇ। ਹਾਂ, ਕੋਈ ਗੁਰੂ ਦੀ ਕਿਰਪਾ ਹੋਵੇ ਤਾਂ ਉਹ ਸੁਪਨੇ ਵਿੱਚ ਵੀ ਭਗਵਾ ਦਿੰਦਾ ਹੈ। ਇਹ ਗੁਰੂ ਵੱਲੋਂ ਇਹ ਇੱਕ ਗੁੰਜਾਇਸ਼ ਰੱਖੀ ਹੋਈ ਹੈ। ਜਾਂ ਫਿਰ ਸੂਲੀ ਤੋਂ ਸੂਲ ਬਣਾ ਦਿੰਦੇ ਨੇ। ਮੰਨ ਲਓ ਕਿਸੇ ਦਾ ਐਕਸੀਡੈਂਟ ਹੋਣਾ ਹੈ, ਐਕਸੀਡੈਂਟ ਹੋ ਕੇ ਲੱਤ ਬਾਂਹ ਟੁੱਟ ਜਾਣੀ ਹੈ ਜਾਂ ਬੰਦੇ ਦੀ ਮੌਤ ਹੋ ਜਾਣੀ ਆ, ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਬੰਦਾ ਕਿਤੇ ਅੜਕ ਕੇ ਗਿਰ ਗਿਆ, ਠੋਕਰ ਲੱਗੀ, ਅੰਗੂਠੇ ਦੇ ਉੱਪਰ ਕੋਈ ਚੋਟ ਆ ਗਈ, ਪੈਰ ਦੇ ਵਿੱਚ ਥੋੜ੍ਹੀ ਮੋਟੀ ਚੋਟ ਆ ਗਈ, ਪੱਟੀ ਕਰਾ ਲਈ, ਇੰਨੇ ਕੁ ਨਾਲੇ ਸਰ ਗਿਆ। ਸੋ ਕਿਤੇ ਹੋ ਸਕਦਾ ਕਿਤੇ ਕੋਈ ਬੰਦੇ ਨੇ ਵੱਡਾ ਐਕਸੀਡੈਂਟ ਹੋ ਕੇ ਮਰਨਾ ਹੋਵੇ ਜਾਂ ਕੋਈ ਵੱਡੀ ਸੱਟ ਲੱਗਣੀ ਹੋਵੇ, ਲੱਤ ਬਾਂਹ ਟੁੱਟ ਜਾਣੀ ਹੋਵੇ। ਸੋ ਇਸ ਤਰ੍ਹਾਂ ਮਹਾਰਾਜ ਸੂਲੀ ਤੋਂ ਸੂਲ ਵੀ ਬਣਾ ਦਿੰਦੇ ਨੇ। ਇਹ ਗੁਰੂ ਦੀ ਮੌਜ ਹੈ। ਗੁਰੂ ਜਿਸ ਸਿੱਖ ਉੱਪਰ ਪ੍ਰਸੰਨ ਹੁੰਦਾ ਹੈ ਉਸ ਉੱਪਰ ਐਸੀ ਕਿਰਿਆ ਕਰ ਦਿੰਦੇ ਨੇ ਗੁਰੂ ਸਾਹਿਬ ਜੀ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਇਹ ਕਰਮਾਂ ਦਾ ਨਾਸ ਹੋ ਸਕਦਾ ਹੈ। ਬਾਕੀ ਆਮ ਜੋ ਹੈ, ਜੋ ਲਿਖਿਆ ਹੋਇਆ ਹੈ, ਉਹ ਸਾਨੂੰ ਕਰਮ ਭੋਗਣਾ ਪੈਣਾ ਹੈ। ਮਹਾਰਾਜ ਕਹਿੰਦੇ ਤੂੰ ਸੋਚ ਕੇ ਕਰਮ ਬੀਜ, ਕਿਉਂਕਿ ਭੋਗਣਾ ਤੈਨੂੰ ਹੀ ਪੈਣਾ ਹੈ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਤੂੰ ਦੋਸ਼ ਨਹੀਂ ਦੇ ਸਕਦਾ ਹੈਗਾ ਕਿ ਮੈਨੂੰ ਫਲਾਣੇ ਨੇ ਦੁੱਖ ਦਿੱਤਾ, ਤਿਮਕੇ ਨੇ ਮੈਨੂੰ ਦੁੱਖ ਦਿੱਤਾ ਹੈ। ਜਿਸ ਤਰ੍ਹਾਂ ਦੇ ਤੂੰ ਕਰਮ ਬੀਜੇਂਗਾ ਉਸ ਤਰ੍ਹਾਂ ਦਾ ਤੈਨੂੰ ਫਲ ਪ੍ਰਾਪਤ ਹੋ ਜਾਵੇਗਾ। ਸੋ ਸਾਧ ਸੰਗਤ ਜੀ, ਇੱਕ ਦਿਵਯ ਉਦਾਸ ਨਾਮ ਦਾ ਰਾਜਾ ਹੋਇਆ ਹੈ। ਉਸ ਰਾਜੇ ਦੀ ਲੜਕੀ ਸੀ। ਉਸ ਲੜਕੀ ਦਾ ਉਸਨੇ ਸ਼ਾਦੀ ਵਿਆਹ ਕੀਤਾ। ਹੁੰਦਾ ਕੀ ਸੀ, ਉਸ ਦੇ ਪਤੀ ਜਦੋਂ ਲਾਵਾਂ ਕਹਿ ਲਓ ਜਾਂ ਫੇਰੇ ਕਹਿ ਲਓ ਜਦੋਂ ਹੋਇਆ ਕਰਦੇ ਸੀ, ਉਸ ਤੋਂ ਬਾਅਦ ਉਹਦੇ ਪਤੀ ਦੀ ਮੌਤ ਹੋ ਜਾਂਦੀ ਸੀ। ਇੱਕ ਵਾਰੀ ਵਿਆਹ ਕੀਤਾ, 2 ਵਾਰੀ, 3 ਵਾਰੀ, ਇਸ ਤਰ੍ਹਾਂ ਕਰਦੇ ਕਰਦੇ ਉਹਦਾ 21 ਵਾਰੀ ਵਿਆਹ ਕੀਤਾ ਉਸ ਦੇ ਪਿਤਾ ਨੇ, ਦਿਵਯ ਉਦਾਸ ਨੇ। ਸੋ ਰਾਜਾ ਵੀ ਬੜਾ ਪਰੇਸ਼ਾਨ ਹੋ ਗਿਆ। ਜਦੋਂ 21 ਵਾਰੀ ਤੱਕ ਵਿਆਹ ਕਰ ਦਿੱਤਾ ਤਾਂ 21 ਵਾਰੀ ਉਹਦੇ ਸਾਰੇ ਪਤੀ ਮਰ ਗਏ। ਵਿਆਹ ਹੋ ਜਾਵੇ ਉਸ ਦਾ ਪਤੀ ਮਰ ਜਾਵੇ, ਫਿਰ ਦੂਜਾ ਵਿਆਹ ਹੋ ਜਾਵੇ ਉਸ ਦਾ ਪਤੀ ਮਰ ਜਾਵੇ। ਇਸ ਤਰ੍ਹਾਂ 21 ਵਾਰ ਉਸ ਨਾਲ ਹੋਇਆ। ਉਹ ਜਿਹੜੀ ਲੜਕੀ ਹੈ ਬਹੁਤ ਰੋਂਦੀ ਹੈ, ਰਲਾਉਂਦੀ ਹੈ। ਉਸ ਦੇ ਪਿਤਾ ਵੀ ਦੁਖੀ ਨੇ, ਧੀ ਵੀ ਉਸ ਦੀ ਦੁਖੀ ਹੈ। ਇਸ ਤਰ੍ਹਾਂ ਕਰਦੇ ਹੋਏ ਉਹ ਜੰਗਲ ਵਿੱਚ ਚਲੀ ਜਾਂਦੀ ਹੈ, ਰੋਂਦੀ ਹੈ, ਕਰਲਾਉਂਦੀ ਹੈ। ਜੰਗਲ ਦੇ ਵਿੱਚ ਉਸਨੂੰ ਇੱਕ ਤੋਤਾ ਅਤੇ ਤੋਤੀ ਮਿਲਦੇ ਨੇ। ਉਹ ਤੋਤਾ ਅਤੇ ਤੋਤੀ ਨੂੰ ਕਿਸੇ ਜਨਮ ਕਰਕੇ, ਕਿਸੇ ਕਰਮ ਕਰਕੇ ਉਹਨਾਂ ਨੂੰ ਇਹ ਜੂਨੀ ਮਿਲੀ ਸੀ, ਪਰ ਉਹਨਾਂ ਨੂੰ ਪਿਛਲੇ ਜਨਮ ਦਾ ਗਿਆਨ ਸੀ। ਉਹ ਤੋਤਾ ਅਤੇ ਤੋਤੀ ਗੱਲਾਂ ਕਰ ਰਹੇ ਨੇ ਕਿ ਜੋ ਇਹ ਲੜਕੀ ਹੈ ਨਾ, ਇਹ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਧੀ ਸੀ। ਇਹ ਬ੍ਰਾਹਮਣ ਦੀ ਲੜਕੀ ਸੀ ਅਤੇ ਬ੍ਰਾਹਮਣ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦਾ ਸੀ, ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦਾ ਸੀ। ਉਸ ਵਿੱਚ ਇੱਕ ਲਾਇਕ ਵਿਦਿਆਰਥੀ ਸੀ, ਬਹੁਤ ਅੱਛਾ ਵਿਦਿਆਰਥੀ ਸੀ। ਪਿਛਲੇ ਜਨਮ ਵਿੱਚ ਉਸ ਵਿਦਿਆਰਥੀ ਨਾਲ ਇਸ ਲੜਕੀ ਦੀ ਸ਼ਾਦੀ ਕਰ ਦਿੱਤੀ। ਉਸ ਲੜਕੀ ਦੀ ਜਦੋਂ ਸ਼ਾਦੀ ਹੋਈ ਤਾਂ ਸਮਾਂ ਪੈ ਕੇ ਜਿਹੜਾ ਉਹ ਬ੍ਰਾਹਮਣ ਸੀ, ਲੜਕੀ ਦਾ ਪਿਤਾ, ਉਸ ਦੀ ਮੌਤ ਹੋ ਜਾਂਦੀ ਹੈ। ਮੌਤ ਹੋਣ ਤੋਂ ਬਾਅਦ ਜਿਹੜੀ ਇਹ ਲੜਕੀ ਹੈ ਇਹ ਬੇਵਿਚਾਰਨ ਹੋ ਜਾਂਦੀ ਹੈ, ਆਪਣੇ ਕਰੈਕਟਰ ਤੋਂ ਹੀਣ ਹੋ ਜਾਂਦੀ ਹੈ, ਗਿਰ ਜਾਂਦੀ ਹੈ। ਸੋ ਜਿਹੜਾ ਇਹਦਾ ਆਪਣਾ ਪਤੀ ਹੁੰਦਾ ਹੈ ਉਸ ਨੂੰ ਇਹ ਘਰ ਤੋਂ ਬਾਹਰ ਕਢਵਾ ਦਿੰਦੀ ਹੈ। ਅਤੇ ਉਸ ਤੋਂ ਬਾਅਦ ਜੀ ਹੋਰ ਜੋ ਇਸਤਰੀਆਂ ਬੀਬੀਆਂ ਨੇ ਉਹਨਾਂ ਦੇ ਇਹਨੇ ਬਹੁਤ ਦੇ ਪਤੀਆਂ ਨਾਲੋਂ ਜਾਣੀ ਵਿਛੋੜਿਆ ਇਹਨੇ ਪਤਨੀਆਂ ਨੂੰ, ਜਾਣੀ ਬੇਵਿਚਾਰਨ ਬਣਾਇਆ। ਮਾੜੇ ਕਰਮ ਆਪ ਵੀ ਕਰਦੀ ਹੈ, ਹੋਰਾਂ ਨੂੰ ਵੀ ਕਰਨ ਲਾਉਂਦੀ ਹੈ। ਸੋ ਇਹਨੇ ਬਹੁਤ ਜ਼ਿਆਦਾ ਪਤੀਆਂ ਨੂੰ ਜਾਣੀ ਇਹਨੇ ਵਿਛੋੜਾ ਦਿੱਤਾ ਹੈ। ਸੋ ਬਹੁਤ ਜ਼ਿਆਦਾ ਇਸਤਰੀਆਂ ਬੀਬੀਆਂ ਨੂੰ ਇਹਨੇ ਬੇਵਿਚਾਰਨ ਬਣਾਇਆ ਹੈ। ਇਸ ਕਰਕੇ ਹੀ ਇਸ ਨੂੰ ਇਸ ਜਨਮ ਵਿੱਚ ਇਹ ਸਜ਼ਾ ਮਿਲੀ ਹੈ। ਇਸ ਦਾ ਅਗਲਾ ਜਨਮ ਹੋਇਆ, ਇਹਨੂੰ ਇਹ ਸਜ਼ਾ ਮਿਲ ਗਈ। ਇਸ ਨੇ ਬਹੁਤ ਹੀ ਪਤੀਆਂ ਨੂੰ ਹੋਰ ਬੀਬੀਆਂ ਤੋਂ ਵਿਛੋੜਾ ਕਰਵਾਇਆ ਹੈ। ਇਸ ਲਈ ਇਸ ਦੇ ਜਿਹੜੇ ਪਤੀ ਨੇ ਸਾਰੇ ਇਸ ਜਨਮ ਦੇ ਵਿੱਚ ਮਰ ਜਾਂਦੇ ਨੇ। ਸੋ ਸਾਧ ਸੰਗਤ ਜੀ, ਜਿਹੜਾ ਕਰਮ ਹੈ ਇਹ ਮਿਟਦਾ ਨਹੀਂ ਹੁੰਦਾ, ਇਸ ਤਰ੍ਹਾਂ ਇਹ ਭੋਗਣਾ ਪਏਗਾ। ਇਸ ਕਰਕੇ ਸਾਨੂੰ ਸੋਚ ਕੇ ਕਰਮ ਬੀਜਣਾ ਪਏਗਾ। ਮਹਾਰਾਜ ਜੀ ਵੀ ਇਸ ਕਰਕੇ ਐਸਾ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ।
किसका दोष देह तू प्राणी, सहो अपना किया करा राहे। ਜਿਹੜੇ ਸੁੱਖ ਤੇ ਦੁੱਖ ਨੇ ਸਾਡੇ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਹੀ ਸਾਨੂੰ ਪ੍ਰਾਪਤ ਹੁੰਦੇ ਹਨ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੀਏ। ਉਹ ਜਿਸ ਤਰ੍ਹਾਂ ਦੇ ਅਸੀਂ ਕਰਮ ਕਰ ਦਿੱਤੇ ਉਸ ਤਰ੍ਹਾਂ ਦੇ ਫਿਰ ਵਿਧਾਤੇ ਨੇ ਲੇਖ ਲਿਖ ਦਿੱਤੇ। ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਤੂੰ ਕਿਸ ਨੂੰ ਕੀ ਦੋਸ਼ ਦੇਣਾ। ਸੋ ਆਪਣਾ ਕੀਆ ਵਿਡਾਣਾ ਹੈ, ਸੋ ਆਪਣਾ ਕੀਆ ਕਰਾਰਾ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਕਰਾਰਾ ਉਸ ਦਾ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੈ ਉਹ ਚੱਲਦਾ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਹਰ ਤੈਸੀ ਜੀੜੇ ਪਾਸ। ਜਿਸ ਤਰ੍ਹਾਂ ਦਾ ਕਰਮ ਤੂੰ ਕੀਤਾ ਹੈ ਉਸ ਤਰ੍ਹਾਂ ਦਾ ਤੇਰੇ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ। ਸੋ ਜਾਣੀ ਕਰਮ ਸਾਨੂੰ ਭੋਗਣਾ ਪਏਗਾ। ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਸਾਖੀ ਹੋਰ ਆਉਂਦੀ ਹੈ। ਧ੍ਰਿਤਰਾਸ਼ਟਰ ਰਾਜਾ ਹੋਇਆ ਹੈ। ਸੋ ਜਦੋਂ ਕੌਰਵਾਂ ਦੇ ਪਾਂਡਵਾਂ ਦਾ ਜੰਗ ਹੋਇਆ ਤਾਂ ਧ੍ਰਿਤਰਾਸ਼ਟਰ ਦੇ ਜਿਹੜਾ 100 ਪੁੱਤਰ ਸੀ ਉਹ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ। ਉਸ ਤੋਂ ਬਾਅਦ ਜੀ ਪੰਜੇ ਪਾਂਡਵ ਅਤੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਇਹ ਪਰਚਾਉਣੀ ਕਰਨ ਵਾਸਤੇ ਜਾਣੀ ਦੁੱਖ ਸਾਂਝਾ ਕਰਨ ਵਾਸਤੇ ਧ੍ਰਿਤਰਾਸ਼ਟਰ ਰਾਜੇ ਦੇ ਕੋਲ ਆਉਂਦੇ ਨੇ। ਬੈਠ ਕੇ ਹਾਲ ਚਾਲ ਪੁੱਛਿਆ ਤਾਂ ਧ੍ਰਿਤਰਾਸ਼ਟਰ ਨੇ ਇੱਕ ਪ੍ਰਸ਼ਨ ਕੀਤਾ ਕ੍ਰਿਸ਼ਨ ਜੀ ਉੱਪਰ। ਕਹਿੰਦੇ ਜੀ ਮੇਰੀ ਜਿਹੜੀ ਸੁਰਤ ਹੈ ਇਹ ਸੁਖਮਨਾ ਨਾੜੀ ਵਿੱਚ ਪ੍ਰਵੇਸ਼ ਹੋ ਜਾਂਦੀ ਹੈ। ਉਸ ਦੇ ਨਾਲ ਮੈਨੂੰ ਆਪਣੇ ਪਿਛਲੇ 100 ਜਨਮਾਂ ਦਾ ਗਿਆਨ ਹੈ। ਮੇਰੇ ਪਿਛਲੇ 100 ਜਨਮਾਂ ਦੇ ਵਿੱਚ ਮੈਂ ਐਸਾ ਕੋਈ ਕਰਮ ਨਹੀਂ ਕੀਤਾ ਜਿਸ ਕਰਕੇ ਮੈਨੂੰ ਇਹ ਸਜ਼ਾ ਮਿਲੇ ਕਿ ਮੇਰੇ ਬੈਠਿਆਂ ਹੋਇਆਂ ਹੀ ਮੇਰਾ 100 ਦਾ 100 ਪੁੱਤਰ ਮਰ ਜਾਵੇ। ਇਹ ਮੈਨੂੰ ਕਿਸ ਚੀਜ਼ ਦੀ ਸਜ਼ਾ ਮਿਲੀ ਹੈ। ਤਾਂ ਕ੍ਰਿਸ਼ਨ ਜੀ ਨੇ ਆਖਿਆ ਕਿ ਤੂੰ 107ਵੇਂ ਜਨਮ ਦੇ ਵਿੱਚ ਦੇਖ। ਕਹਿੰਦਾ ਜੀ ਮੈਂ ਦੇਖ ਨਹੀਂ ਸਕਦਾ। ਕ੍ਰਿਸ਼ਨ ਜੀ ਨੇ ਜੋਗ ਮਾਇਆ ਦੇ ਬਲ ਨਾਲ ਉਸ ਨੂੰ 107ਵਾਂ ਜਨਮ ਦਿਖਾਇਆ। ਤਾਂ ਉਸ ਵਿੱਚ ਉਸ ਨੂੰ ਕੀ ਦਿਖਾਇਆ ਕਿ ਇਸ ਨੇ ਹੰਸਾਂ ਦੇ ਬੱਚੇ ਪਾਲੇ ਹੋਏ ਹਨ। 100 ਬੱਚਾ ਹੰਸਾਂ ਦਾ ਪਾਲਿਆ ਹੋਇਆ ਹੈ। ਸ਼ਿਕਾਰ 'ਤੇ ਗਿਆ, ਇੱਕ ਦਿਨ ਸ਼ਿਕਾਰ ਨਾ ਮਿਲਿਆ ਤਾਂ ਇਸ ਨੇ ਸੋਚਿਆ ਕਿ ਹੰਸ ਦੇ ਇੱਕ ਬੱਚੇ ਨੂੰ ਹੀ ਮਾਰ ਕੇ ਖਾ ਲੈਂਦੇ ਹਾਂ। ਤਾਂ ਉਸਨੇ ਹੰਸ ਦਾ ਮਾਸ ਖਾਧਾ। ਮਾਸ ਉਸ ਨੂੰ ਸਵਾਦ ਲੱਗਿਆ ਤਾਂ ਉਸਨੇ ਆਖਿਆ ਆਪਣੇ ਅਹਿਲਕਾਰਾਂ ਨੂੰ ਕਿ ਰੋਜ਼ਾਨਾ ਹੀ ਹੰਸ ਦਾ ਬੱਚਾ ਹੀ ਬਣਾਇਆ ਕਰੋ, ਇਹ ਮੈਨੂੰ ਮਾਸ ਬਹੁਤ ਸਵਾਦ ਲੱਗਿਆ ਹੈ। ਸੋ ਇਸ ਤਰ੍ਹਾਂ ਇੱਕ ਇੱਕ ਕਰਦੇ ਹੋਏ 100 ਦਾ 100 ਹੰਸਾਂ ਦਾ ਬੱਚਾ ਮਾਰ ਕੇ ਰਾਜਾ ਖਾ ਗਿਆ, ਜਾਣੀ ਆਪਣੇ ਪਿਛਲੇ 107ਵੇਂ ਜਨਮ ਦੇ ਵਿੱਚ। ਸੋ ਜਦੋਂ ਇਹ ਖਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਮਾਨਸਰੋਵਰ ਝੀਲ ਤੋਂ ਜਦੋਂ ਹੰਸ ਅਤੇ ਹੰਸਣੀ ਆਉਂਦੇ ਨੇ, ਕੀ ਦੇਖਦੇ ਨੇ, ਆਸੇ ਪਾਸੇ ਟਹਿਲਦੇ ਨੇ, ਆਪਣੇ ਉਹਨਾਂ ਨੂੰ ਬੱਚੇ ਨਜ਼ਰ ਨਹੀਂ ਆਉਂਦੇ ਕਿਉਂਕਿ ਹੰਸ ਹੋ ਗਿਆ ਅਤੇ ਸਾਰਸ ਹੋ ਗਿਆ। ਇਹ ਆਪਣੇ ਬੱਚਿਆਂ ਨਾਲ ਬਹੁਤ ਮੋਹ ਕਰਦੇ ਨੇ। ਸੋ ਮੋਹ ਦੇ ਵਿੱਚ ਆ ਕੇ ਇਹ ਆਪਣੇ ਪ੍ਰਾਣ ਤਿਆਗ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਕਰਦੇ ਹੋਏ ਜਦੋਂ ਉਹ ਆਸੇ ਪਾਸੇ ਘੁੰਮੀ ਜਾਂਦੇ ਨੇ, ਉਹਨਾਂ ਨੂੰ ਆਪਣੇ ਬੱਚੇ ਨਹੀਂ ਦਿਖਦੇ, ਉਹ ਤੜਫ ਤੜਫ ਕੇ ਫਿਰ ਮਰ ਜਾਂਦੇ ਨੇ, ਆਪਣੇ ਪ੍ਰਾਣ ਤਿਆਗ ਦਿੰਦੇ ਨੇ। ਸੋ ਜਦੋਂ ਧ੍ਰਿਤਰਾਸ਼ਟਰ ਨੇ ਆਪਣਾ 107ਵਾਂ ਜਨਮ ਦੇਖਿਆ ਤਾਂ ਬੜਾ ਅਫਸੋਸ ਕਰਦਾ ਹੈ ਕਿ ਮੈਂ ਜੇ ਐਸਾ ਕਰਮ ਨਾ ਕੀਤਾ ਹੁੰਦਾ ਤਾਂ ਮੈਨੂੰ ਹੁਣ ਇਹ ਸਜ਼ਾ ਨਾ ਮਿਲਦੀ, ਮੇਰਾ 100 ਦਾ 100 ਪੁੱਤਰ ਨਾ ਮਰਦਾ। ਮੈਂ ਜੈਸਾ ਕਰਮ ਕੀਤਾ ਹੈ ਵੈਸਾ ਹੀ ਮੈਨੂੰ ਫਲ ਪ੍ਰਾਪਤ ਹੋਇਆ ਹੈ। ਸੋ ਉਸਨੇ ਦੂਸਰਾ ਪ੍ਰਸ਼ਨ ਕੀਤਾ ਕਿ ਕ੍ਰਿਸ਼ਨ ਜੀ ਮਹਾਰਾਜ ਮੈਨੂੰ ਇਹ ਦੱਸੋ ਕਿ ਮੈਂ ਜਨਮ ਤੋਂ ਅੰਨ੍ਹਾ ਕਿਉਂ ਹਾਂ। ਤਾਂ ਕ੍ਰਿਸ਼ਨ ਜੀ ਨੇ ਆਖਿਆ ਤੇਰਾ 104ਵਾਂ ਜਨਮ ਹੈ, ਅਸੀਂ ਉਹ ਵੀ ਤੈਨੂੰ ਦਿਖਾ ਦਿੰਦੇ ਹਾਂ। ਜਦੋਂ 104ਵਾਂ ਜਨਮ ਦਿਖਾਇਆ ਧ੍ਰਿਤਰਾਸ਼ਟਰ ਨੂੰ ਤਾਂ ਉਹ ਕੀ ਦੇਖਦਾ ਹੈ ਕਿ ਉਹ ਬੱਚਿਆਂ ਦੇ ਨਾਲ ਖੇਡ ਰਿਹਾ। ਅੱਕ ਟਿੱਡੇ ਨੇ ਉੱਥੇ ਫਿਰਦੇ ਨੇ, ਹੋਰ ਬੱਚੇ ਵੀ ਖੇਡਦੇ ਨੇ। ਇਸ ਨੇ ਇੱਕ ਅੱਕ ਟਿੱਡੇ ਨੂੰ ਪਕੜਿਆ, ਉੱਥੇ ਇੱਕ ਜਿਵੇਂ ਸੂਲ ਪਈ ਸੀ ਤਿੱਖੀ ਲੰਬੀ, ਕਿੱਕਰ ਦੀ ਸੂਲ ਪਈ ਹੈ। ਉਸਨੇ ਸੂਲ ਲੈ ਕੇ ਜਿਹੜਾ ਅੱਕ ਟਿੱਡਾ ਹੈ ਉਸ ਦੀਆਂ ਦੋਨਾਂ ਅੱਖਾਂ ਦੇ ਵਿੱਚ ਸਾਰ ਪਾਰ ਲੰਘਾ ਦਿੱਤੀ, ਜਾਣੀ ਉਸ ਨੂੰ ਅੰਨ੍ਹਾ ਕਰ ਦਿੱਤਾ। ਇਸ ਨੇ ਅੰਨ੍ਹਾ ਕਰਕੇ ਉਸ ਨੂੰ ਭਗਾ ਕੇ ਮਾਰਿਆ ਔਰ ਜਿਹੜਾ ਉਹ ਅੱਕ ਟਿੱਡਾ ਸੀ ਉਹ ਤੜਫ ਤੜਫ ਕੇ ਫਿਰ ਮਰ ਗਿਆ। ਤਾਂ ਜਦੋਂ ਇਹ ਜਨਮ ਦਿਖਾਇਆ ਤਾਂ ਵੀ ਬੜਾ ਅਫਸੋਸ ਕਰਦਾ ਹੈ ਕਿ ਮੈਂ ਐਸਾ ਕਰਮ ਨਾ ਕਰਦਾ ਤਾਂ ਮੈਂ ਜਮਾਂਦਰੂ ਅੰਨ੍ਹਾ ਨਾ ਹੁੰਦਾ,
ਮੈਨੂੰ ਵੀ ਕੁਛ ਦਿਖਦਾ ਹੁੰਦਾ। ਸੋ ਜਾਣੀ ਇਹ ਅਫਸੋਸ ਕੀਤਾ ਉਸਨੇ ਕਿ ਪਰ ਹੁਣ ਕੁਛ ਨਹੀਂ ਹੋ ਸਕਦਾ, ਕਿਉਂਕਿ ਇੱਥੋਂ ਜਦੋਂ ਅਸੀਂ ਸਰੀਰ ਤਿਆਗ ਕਰਕੇ ਚਲੇ ਜਾਵਾਂਗੇ ਫਿਰ ਸਾਡਾ ਕੁਛ ਵੀ ਨਹੀਂ ਬਣਨਾ। ਜੈਸਾ ਕਰਮ ਬੀਜ ਲਿਆ ਵੈਸਾ ਹੀ ਸਾਨੂੰ ਫਲ ਪ੍ਰਾਪਤ ਹੋਵੇਗਾ। ਸੋ ਇਸ ਸਰੀਰ ਦੇ ਰਹਿੰਦੇ ਸੋ ਰਹਿੰਦੇ ਹੋਈ ਆਪਣੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਾਨੂੰ ਖਿਮਾ ਮੰਗ ਲੈਣੀ ਚਾਹੀਦੀ ਹੈ। ਉਸ ਦਾ ਸਾਨੂੰ ਪ੍ਰਾਸ਼ਚਿਤ ਅਵੱਸ਼ ਹੀ ਕਰ ਲੈਣਾ ਚਾਹੀਦਾ ਹੈ, ਕਿਉਂਕਿ ਨਹੀਂ ਫਿਰ ਅੱਗੇ ਸਾਡਾ ਖਹਿੜਾ ਨਹੀਂ ਛੁੱਟਣਾ ਕਰਮਾਂ ਤੋਂ। ਅੱਗੇ ਕਰਮ ਮਾੜਾ ਹੋ ਗਿਆ ਫਿਰ ਉਸ ਦੀ ਸਾਨੂੰ ਸਜ਼ਾ ਮਿਲੇਗੀ। ਉਸ ਤੋਂ ਅੱਗੇ ਫਿਰ ਉਹ ਜਨਮ ਦਰ ਜਨਮ ਅਸੀਂ ਭਟਕਦੇ ਰਹਾਂਗੇ। ਸੋ ਇੱਥੇ ਹੀ ਆਪਣਾ ਹਿਸਾਬ ਮੁਕਾ ਲੈਣਾ ਚਾਹੀਦਾ ਹੈ। ਨਾਮ ਜਪ ਕੇ ਜਾਣੀ ਸਾਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ। ਹਰ ਕਾ ਨਾਮ ਕਾਟੈ ਕੋਟ ਕਰਮ। ਪੰਜ ਪਿਆਰੇ ਕੀ ਦੱਸਦੇ ਨੇ ਪ੍ਰਾਸ਼ਚਿਤ ਵਾਸਤੇ? ਸਾਨੂੰ ਗੁਰਬਾਣੀ ਦਾ ਜਾਪ ਜਾਂ ਨਾਮ ਸਿਮਰਨ ਬੋਲ ਮੰਤਰ ਦਾ ਸਾਨੂੰ ਅਭਿਆਸ ਹੀ ਤਾਂ ਦੱਸਦੇ ਨੇ, ਕਿਉਂਕਿ ਨਾਮ ਦੁਆਰਾ ਬਾਣੀ ਦੁਆਰਾ ਸੇਵਾ ਦੁਆਰਾ ਸਾਡੇ ਕਰਮ ਕੱਟੇ ਜਾਂਦੇ ਨੇ, ਜਿਹੜੇ ਸਾਡੇ ਕੋਈ ਮਾੜੇ ਕਰਮ ਕੀਤੇ ਹੋਏ ਹੁੰਦੇ ਨੇ। ਸੋ ਅਸੀਂ ਕਰਮਾਂ ਤੋਂ ਸਾਡੀ ਬੰਦ ਖਲਾਸੀ ਹੋ ਜਾਂਦੀ ਹੈ, ਫਿਰ ਸਾਡਾ ਦੁਬਾਰੇ ਜਨਮ ਮਰਨ ਖਤਮ ਹੋ ਜਾਂਦਾ ਹੈ। ਸੋ ਜਦੋਂ ਇਸ ਤਰ੍ਹਾਂ ਧ੍ਰਿਤਰਾਸ਼ਟਰ ਨੂੰ ਦੱਸਿਆ ਤਾਂ ਬੜਾ ਅਫਸੋਸ ਕਰਦਾ। ਉਸਨੇ 2 ਪ੍ਰਸ਼ਨ ਕੀਤੇ। ਹੁਣ ਤੀਜਾ ਪ੍ਰਸ਼ਨ ਉਸਨੇ ਇਹ ਕੀਤਾ ਕਿ ਮੈਨੂੰ ਇਹ ਜਿਹੜਾ ਸਜ਼ਾ ਮਿਲੀ ਹੈ 104ਵਾਂ ਜਨਮ ਜਾਂ 107ਵੇਂ ਜਨਮ ਵਿੱਚ ਹੀ ਕਿਉਂ ਮਿਲੀ ਹੈ? ਇਹ ਮੈਨੂੰ ਉਸੇ ਟਾਈਮ ਸਜ਼ਾ ਕਿਉਂ ਨਹੀਂ ਮਿਲ ਗਈ? ਤਾਂ ਕ੍ਰਿਸ਼ਨ ਜੀ ਨੇ ਉਹਨੂੰ ਦੱਸਿਆ ਕਿ ਭਾਈ ਮਨੁੱਖ ਨੂੰ ਸਜ਼ਾ ਮਿਲਣ ਵਾਸਤੇ ਕੋਈ ਨਿਸ਼ਚਿਤ ਸਮਾਂ ਹੁੰਦਾ ਹੈ, ਕੋਈ ਉਹਦੀ ਵਿਧਨਾ ਕਾਰਨ ਬਣਨਾ ਹੁੰਦਾ। ਦੇਸ ਕਾਲ ਵਸਤੂ 3 ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਮਨੁੱਖ ਨੂੰ ਉਸ ਕਰਮ ਦਾ ਫਲ ਮਿਲਦਾ ਹੈ। ਉਸਨੇ ਕਿਸ ਦੇਸ਼ ਵਿੱਚ ਮਨੁੱਖ ਨੇ ਮਰਨਾ ਹੈ, ਕਿਸ ਦੇਸ਼ ਵਿੱਚ ਉਸ ਨੂੰ ਸਜ਼ਾ ਮਿਲਣੀ ਹੈ, ਜਾਂ ਫਿਰ ਦੇਸ਼ ਹੋ ਗਿਆ ਕਾਲ ਹੋ ਗਿਆ, ਕਿਸ ਸਮੇਂ ਮਿਲਣੀ ਹੈ ਉਸ ਨੂੰ ਸਜ਼ਾ, ਕਿਸ ਜਗ੍ਹਾ ਪਰ ਸਜ਼ਾ ਮਿਲਣੀ ਹੈ, ਕਿਸ ਸਮੇਂ ਸਜ਼ਾ ਮਿਲਣੀ ਹੈ। 2 ਚੀਜ਼ਾਂ ਹੋ ਗਈਆਂ। ਦੇਸ਼ ਕਾਲ ਵਸਤੂ, ਕਿਸ ਰਾਹੀਂ ਸਜ਼ਾ ਮਿਲਣੀ ਹੈ, ਉਹ ਕੀ ਉਹਦੀ ਵਿਧਨਾ ਬਣਨੀ ਹੈ। ਦੇਖੋ ਇਹਨਾਂ ਨੇ ਕਰਮ ਕੀਤਾ, ਦ੍ਰੋਪਦੀ ਨੂੰ ਦੀ ਬੇਇੱਜ਼ਤੀ ਕੀਤੀ ਇਹਨਾਂ ਨੇ, ਇਹ ਕੌਰਵਾਂ ਨੇ। ਸੋ ਪਾਂਡਵਾਂ ਨੇ ਪਰਣ ਕੀਤਾ, ਭੀਮ ਨੇ ਪਰਣ ਕੀਤਾ ਕਿ ਮੈਂ ਇਹਨੂੰ ਦੁਰਯੋਧਨ ਨੂੰ ਮਾਰੂੰਗਾ, ਮੈਂ ਦੁਸ਼ਾਸਨ ਨੂੰ ਮਾਰੂੰਗਾ। ਸੋ ਇਹ ਕਾਰਨ ਬਣਨਾ ਹੁੰਦਾ। ਧ੍ਰਿਤਰਾਸ਼ਟਰ ਨੂੰ ਸਾਰੀ ਗੱਲ ਸਮਝਾਈ ਕ੍ਰਿਸ਼ਨ ਜੀ ਨੇ। ਇਹ ਕਾਰਨ ਬਣਿਆ ਤਾਂ ਫਿਰ ਯੁੱਧ ਹੋਇਆ, ਯੁੱਧ ਹੋਇਆ ਤਾਂ ਤੇਰੇ ਪੁੱਤਰ ਮਰੇ। ਸੋ ਇਹ ਕਾਰਨ ਬਣਨਾ ਹੁੰਦਾ। ਤੇਰੇ 100 ਪੁੱਤਰ ਪਹਿਲਾਂ ਜਨਮ ਲੈਣਗੇ, ਜੇ ਜਨਮ ਲੈਣਗੇ ਤਾਂ ਹੀ ਮਰਨਗੇ 100 ਦਾ 100 ਪੁੱਤਰ। ਸੋ ਇਹ ਕੋਈ ਕਾਰਨ ਬਣਨਾ ਹੁੰਦਾ। ਹੁਣ ਤੱਕ ਤੇਰੇ 100 ਪੁੱਤਰ ਹੋਏ ਹੀ ਨਹੀਂ ਸੀ, ਹੁਣ ਤੇਰੇ 100 ਪੁੱਤਰ ਹੋਏ ਨੇ। ਇਹਨਾਂ ਨੇ ਮਾੜੇ ਕਰਮ ਕੀਤੇ, ਉਹਨਾਂ ਦੀ ਸਜ਼ਾ ਵਾਸਤੇ ਫਿਰ ਇਹਨਾਂ ਨੂੰ ਮਾਰਨਾ ਪਿਆ। ਜੰਗ ਹੋਇਆ, ਭਿਆਨਕ ਜੰਗ ਹੋਇਆ ਹੈ। ਸੋ ਜਾਣੀ ਉਹ ਸਾਰੀ ਗੱਲ ਉਹ ਸਮਝ ਗਿਆ। ਸੋ ਗੁਰੂ ਸਾਹਿਬ ਜੀ ਇਸ ਤਰ੍ਹਾਂ ਜਾਣੀ ਸਮਝਾਉਂਦੇ ਨੇ ਸਾਨੂੰ ਵੀ ਕਿ ਭਾਈ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਭਾਈ ਤੁਸੀਂ ਦੋਸ਼ ਨਹੀਂ ਦੇਣਾ ਹੈ। ਜਿਸ ਤਰ੍ਹਾਂ ਦੇ ਅਸੀਂ ਕਰਮ ਕਰਾਂਗੇ ਉਸ ਤਰ੍ਹਾਂ ਦਾ ਹੀ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਐਸਾ ਫਰਮਾਨ ਕਰਦੇ ਨੇ, ਦੱਦਾ ਦੋਸ਼ ਨ ਦੇਊ ਕਿਸੈ, ਦੱਦਾ ਦੋਸ਼ ਨ ਦੇਊ ਕਿਸੈ। ਦੋਸ ਕਰਮਾ ਆਪਣਿਆ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨ ਦੀਜੈ ਅਵਰ ਜਨਾ, ਦੋਸ ਨ ਦੀਜੈ ਅਵਰ ਜਨਾ। ਮਹਾਰਾਜ ਆਖਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆਂ। ਆਪਣੇ ਕਰਮਾਂ ਦਾ ਦੋਸ਼ ਹੁੰਦਾ, ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੁੰਦੀ। ਸਾਡੇ ਕਰਮਾਂ ਦਾ ਹੀ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ, ਜੋ ਮੈਂ ਕੀਤਾ ਹੈ ਉਹੀ ਮੈਨੂੰ ਫਲ ਮਿਲਿਆ। ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜਾ ਅਵਰ ਜਨਾ, ਕਿਸੇ ਦੂਸਰੇ ਜਨਾਂ ਨੂੰ, ਦੂਸਰੇ ਮਨੁੱਖਾਂ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੁੰਦੀ ਹੈਗੀ। ਉਹ ਤਾਂ ਇੱਕ ਕਾਰਨ ਬਣਨਾ ਹੁੰਦਾ ਸਾਡਾ ਕਰਮ ਭੁਗਤਾਉਣ ਵਾਸਤੇ। ਸੋ ਇਸ ਤਰ੍ਹਾਂ ਇਹ ਸਾਰਾ ਕਾਰਨ ਬਣਦਾ ਹੈ। ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ।
ਕਿਸੇ ਨੂੰ ਦੋਸ਼ ਨਹੀਂ ਪਾਈ ਦੇਣਾ। ਤੇਰੇ ਕਰਮਾਂ ਦਾ ਹੀ ਤੈਨੂੰ ਫਲ ਮਿਲਿਆ ਹੈ, ਉਸ ਦੀ ਹੀ ਤੈਨੂੰ ਸਜ਼ਾ ਮਿਲਦੀ ਹੈ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕੇ ਹੀ ਸਾਰੇ ਰੋਗ ਪ੍ਰਾਪਤ ਹੁੰਦੇ ਨੇ, ਜਾਣੀ ਮਨੁੱਖ ਨੂੰ ਰੋਗ ਲੱਗਦੇ ਨੇ। ਪਰਮੇਸ਼ਰ ਨੂੰ ਯਾਦ ਕਰਨ ਨਾਲ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਕਿਉਂਕਿ ਜਿਹੜਾ ਪਹਿਲਾਂ ਰੋਗ ਹੈ ਨਾ ਸਾਡੇ ਮਨ ਦੇ ਵਿੱਚ ਹੁੰਦਾ, ਸਾਡਾ ਮਨ ਰੋਗੀ ਹੁੰਦਾ। ਮੰਨ ਲਓ ਕਿਸੇ ਨੂੰ ਕੋਈ ਟੈਨਸ਼ਨ ਹੋ ਗਈ, ਚਿੰਤਾ ਲੱਗ ਗਿਆ ਕਰਨ, ਚਿੰਤਾ ਕਰੇਗਾ ਤਾਂ ਉਸ ਨੂੰ ਬਦਹਜ਼ਮੀ ਵੀ ਹੋਏਗੀ, ਉਸ ਨੂੰ ਨੀਂਦ ਵੀ ਨਹੀਂ ਆਏਗੀ ਸਹੀ, ਉਹ ਫਿਰ ਨੀਂਦ ਦੀਆਂ ਗੋਲੀਆਂ ਖਾਏਗਾ। ਉਸ ਨੂੰ ਚਿੰਤਾ ਹੋਣ ਨਾਲ ਉਸ ਦਾ ਬਲੱਡ ਪ੍ਰੈਸ਼ਰ ਵੀ ਵਧਣ ਲੱਗ ਜਾਏਗਾ, ਜਾਣੀ ਉਸ ਨੂੰ ਸਰੀਰਕ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਨੇ। ਪਹਿਲਾਂ ਮਨ ਬਿਮਾਰ ਹੁੰਦਾ, ਉਸ ਤੋਂ ਬਾਅਦ ਫਿਰ ਸਰੀਰ ਬਿਮਾਰ ਹੁੰਦਾ। ਸੋ ਪਰਮੇਸ਼ਰ ਨੂੰ ਭੁੱਲ ਕੇ ਮਨ ਬਿਮਾਰ ਹੁੰਦਾ ਹੈ, ਮਨ ਵਿਕਾਰਾਂ ਵਿੱਚ ਦੌੜਦਾ ਹੈ ਤਾਂ ਮਨ ਨੂੰ ਬਿਮਾਰੀਆਂ ਲੱਗਦੀਆਂ ਨੇ। ਜਾਣੀ ਪਰਮੇਸ਼ਰ ਨੂੰ ਯਾਦ ਕਰਕੇ ਸਾਰੇ ਦੁੱਖਾਂ ਦਾ ਨਾਸ ਹੈ, ਸਾਰੇ ਰੋਗਾਂ ਦਾ ਨਾਸ ਹੋ ਜਾਂਦਾ ਹੈ। ਪਰਮੇਸ਼ਰ ਨੂੰ ਭੁੱਲ ਕੇ ਸਾਰੇ ਜਿਹੜੇ ਰੋਗ ਨੇ ਇਹ ਵਿਆਪਦੇ ਨੇ। ਸੋ ਜਾਣੀ ਅਸੀਂ ਪਰਮੇਸ਼ਰ ਨੂੰ ਯਾਦ ਕਰੀਏ ਤਾਂ ਕਰਕੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਤਨ ਦਾ ਰੋਗ, ਮਨ ਦਾ ਰੋਗ ਸਾਨੂੰ ਨਾ ਲੱਗੇ। ਆਦਿ, ਵਿਆਧੀ, ਉਪਾਧੀ 3 ਪ੍ਰਕਾਰ ਦੇ ਰੋਗ ਹੁੰਦੇ ਨੇ। ਆਦਿ ਆਖਦੇ ਨੇ ਮਨ ਦੇ ਰੋਗਾਂ ਨੂੰ, ਵਿਆਧੀ ਆਖਦੇ ਨੇ ਸਾਡੇ ਸਰੀਰ ਦੇ ਰੋਗਾਂ ਨੂੰ, ਆਦਿ, ਵਿਆਧੀ, ਉਪਾਧੀ ਆਖਦੇ ਨੇ। ਉਪਾਧੀ ਆਖਿਆ ਜਾਂਦਾ ਜਿਸ ਤਰ੍ਹਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਅਚਨਚੇਤ ਜਾਣੀ ਐਸੀ ਕੋਈ ਆਫਤ ਆ ਗਈ, ਉਸ ਨੂੰ ਉਪਾਧੀ ਆਖਦੇ ਨੇ। ਸੋ ਜਾਣੀ ਇਹ ਸਾਰੇ ਪ੍ਰਕਾਰ ਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾ ਕੋ ਬਿਘਨ ਨਾ ਕੋ ਲਾਗਾ ਜਾ ਕੀ ਪ੍ਰਭ ਆਗਾ ਅਰਦਾਸ। ਸੋ ਮਹਾਰਾਜ ਨੂੰ ਅਸੀਂ ਅਰਦਾਸ ਕਰਕੇ ਘਰ ਤੋਂ ਚੱਲੀਏ, ਅਰਦਾਸ ਕਰੀਏ ਮਹਾਰਾਜ ਨੂੰ ਹਰ ਸਮੇਂ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਸਾਡੀ ਹਰ ਸਮੇਂ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਰੱਖਿਆ ਕਰੋ ਜੀ। ਸੋ ਜਾਣੀ ਪਰਮੇਸ਼ਰ ਤੋਂ ਭੁੱਲ ਕੇ ਸਾਰੇ ਰੋਗ ਸਾਨੂੰ ਵਿਆਪਦੇ ਹਨ। ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਪਰਮੇਸ਼ਰ ਤੋਂ ਵੇਮੁਖ ਹੋ ਕੇ, ਪਰਮੇਸ਼ਰ ਦੇ ਨਾਲ ਸਨਮੁਖ ਹੋਣਾ ਤੇ ਵੇਮੁਖ ਹੋਣਾ। ਸੋ ਮਨਮੁਖ ਨੇ, ਇੱਕ ਗੁਰਮੁਖ ਨੇ। ਜਿਹੜੇ ਮਨਮੁਖ ਨੇ ਉਹ ਵੇਮੁਖ ਹੁੰਦੇ ਨੇ, ਜਿਹੜੇ ਗੁਰਮੁਖ ਹੁੰਦੇ ਨੇ ਉਹ ਸਨਮੁਖ ਹੁੰਦੇ ਨੇ। ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਪਰਮੇਸ਼ਰ ਤੋਂ ਵੇਮੁਖ ਹੋ ਕੇ ਜਨਮਾਂ ਜਨਮਾਂਤਰਾਂ ਦੇ ਵਿਜੋਗ ਲੱਗ ਜਾਂਦੇ ਨੇ, ਜਾਣੀ ਵਿਛੋੜੇ ਪੈ ਜਾਂਦੇ ਨੇ। ਮਹਾਰਾਜ ਜੀ ਆਖਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਮਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਪਰਮਾਇਆ। 84 ਲੱਖ ਜੋਨਾਂ ਦੇ ਵਿੱਚ ਨੂੰ ਭਰਮਦਾ ਰਿਹਾ, ਜਾਣੀ ਘੁੰਮਦਾ ਰਿਹਾ ਹੈ। ਇਹ ਜਾਣੀ ਵਿਜੋਗ ਪੈ ਜਾਂਦੇ ਨੇ, ਵਿਛੋੜੇ ਪੈ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ। ਜੇ ਅਸੀਂ ਪਰਮੇਸ਼ਰ ਤੋਂ ਵੇਮੁਖ ਹੋਵਾਂਗੇ ਤਾਂ ਪੈਂਦੇ ਨੇ। ਸੋ ਅਸੀਂ ਗੁਰੂ ਦੇ ਨਾਲ ਅਸੀਂ ਜੁੜੀਏ, ਸਤਸੰਗ ਅਸੀਂ ਕਰੀਏ ਤਾਂ ਕਰਕੇ ਸਾਡਾ ਵਿਛੋੜਾ ਨਾ ਪਵੇ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਮਾਇਆ ਦੇ ਭੋਗਾਂ ਦੇ ਵਿੱਚ ਪਹਿਲਾਂ ਇਹ ਮਿੱਠੇ ਲੱਗਦੇ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪਹਿਲਾਂ ਮਿੱਠਾ ਕਰਕੇ ਚੀਜ਼ ਲੱਗਦੀ ਹੈ ਸਾਨੂੰ, ਜਿਹੜਾ ਭੋਗ ਨੇ, ਬਾਅਦ ਦੇ ਵਿੱਚ ਇਹਨਾਂ ਵਿੱਚੋਂ ਰੋਗ ਪੈਦਾ ਹੁੰਦੇ ਨੇ, ਫਿਰ ਇਹ ਕੌੜਾ ਫਲ ਪ੍ਰਾਪਤ ਹੋ ਜਾਂਦਾ ਹੈ। ਸੋ ਜਾਣੀ ਸਾਨੂੰ ਜਿਹੜਾ ਕਰਮ ਹੈ ਇਹ ਸਾਨੂੰ ਦੇਖ ਕੇ ਬੀਜਣਾ ਚਾਹੀਦਾ ਹੈ। ਖਿਨਮੈ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਮਾਇਆ ਦੇ ਜਿਤਨੇ ਵੀ ਭੋਗ ਨੇ ਇੱਕ ਖਿੰਨ ਦੇ ਵਿੱਚ ਇਹਨਾਂ ਨੇ ਕੌੜੇ ਹੋ ਜਾਣਾ ਹੈ। ਸੋ ਜਿਹੜਾ ਕਰਮ ਹੈ, ਕਰਮ ਜੈਸਾ ਜਾਣੀ ਅਸੀਂ ਬੀਜਾਂਗੇ। ਸਾਰੀ ਗੱਲ ਅੱਜ ਦੇ ਜਿਹੜਾ ਹੁਕਮਨਾਮਾ ਹੈ ਇਹ ਕਰਮ ਦੀ ਫਿਲਾਸਫੀ ਹੀ ਚੱਲ ਰਹੀ ਹੈ। ਸੋ ਸਾਡੇ ਕਰਮ ਨੇ, ਕਿਰਿਆਮਾਨ ਕਰਮ ਨੇ ਅਤੇ ਸੰਚਿਤ ਕਰਮ ਨੇ, ਅਤੇ ਜਾਣੀ ਇਹ 3 ਪ੍ਰਕਾਰ ਦੇ ਕਰਮ ਗਿਣੇ ਜਾਂਦੇ ਨੇ। ਪਰਾਲਬਧ ਕਰਮ ਹੋ ਗਏ, ਕਿਰਿਆਮਾਨ ਕਰਮ, ਸੰਚਿਤ ਕਰਮ ਅਤੇ ਪਰਾਲਬਧ ਕਰਮ।
ਸੋ ਜਾਣੀ ਇਹ ਜਿਹੜੇ ਤਿੰਨੇ ਕਰਮ ਨੇ ਇਹ ਸਾਨੂੰ ਚਿੰਬੜ ਜਾਣਗੇ। ਸੋ ਜਿਹੜਾ ਹੈ ਗੁਰਮੁਖ ਹੈ ਉਹ ਕਿਸੇ ਕਰਮ ਦਾ ਲੇਪ ਨਹੀਂ ਆਪਣੇ ਮਨ ਦੇ ਵਿੱਚ ਰੱਖਦਾ। ਉਹ ਜਿਤਨੇ ਵੀ ਕਰਮ ਕਰਦਾ ਉਸ ਨੂੰ ਕਰਮ ਕਰਨ ਦਾ ਫਲ ਵੀ ਨਹੀਂ ਮਿਲਦਾ ਹੁੰਦਾ। ਉਹ ਸ਼ੁਭ ਕਰਮ ਕਰੇਗਾ ਉਸ ਦਾ ਫਲ ਲੈਂਦਾ ਨਹੀਂ। ਉਸ ਨੂੰ ਫਿਰ ਅਸ਼ੁਭ ਕਰਮ ਉਸ ਤੋਂ ਅਚਨਚੇਤ ਅਗਰ ਹੋ ਜਾਂਦਾ ਉਸ ਦਾ ਵੀ ਉਸ ਨੂੰ ਫਲ ਨਹੀਂ ਮਿਲਦਾ, ਕਿਉਂ ਕਰਮ ਨੂੰ ਬੰਧਨ ਵਿੱਚ ਨਹੀਂ ਲੈਂਦਾ। ਕਰਮ ਫਲ ਸਾਨੂੰ ਤਾਂ ਦੇਵੇਗਾ ਜੇ ਅਸੀਂ ਉਸ ਨੂੰ ਮਨ ਦੇ ਵਿੱਚ ਅਸੀਂ ਪ੍ਰਵਾਨ ਕਰ ਲਿਆ ਕਿ ਇਹ ਕਰਮ ਮੈਂ ਕੀਤਾ। ਜਦੋਂ ਕਰਮ ਮੈਂ ਕੀਤਾ ਤਾਂ ਸਾਡੇ ਮਨ ਚਿੱਤ ਬੁੱਧ ਨੇ ਉਹ ਸਾਡਾ ਕਰਮ ਐਕਸੈਪਟ ਕਰ ਲਿਆ। ਉਸ ਦੇ ਨਾਲ ਸਾਡਾ ਅੱਗੋਂ ਉਹ ਜਮ੍ਹਾਂ ਹੋ ਗਿਆ ਸਾਡਾ ਕਰਮ, ਉਹ ਜਾਣੀ ਸੰਚਿਤ ਕਰਮ ਬਣ ਗਿਆ ਜਿਹੜਾ ਸਾਡਾ ਕਿਰਿਆਮਾਨ ਕਰਮ ਹੈ। ਜਦੋਂ ਇਹ ਜਮ੍ਹਾਂ ਹੋ ਗਿਆ ਕਰਮ ਤਾਂ ਉਸ ਦਾ ਸਾਨੂੰ ਜਦੋਂ ਉਹਦੀ ਪ੍ਰਾਲਬਧ ਆਏਗੀ ਤਾਂ ਸਾਨੂੰ ਉਸ ਦਾ ਫਲ ਅਵੱਸ਼ ਹੀ ਮਿਲੇਗਾ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਕਰਮ ਜਮ੍ਹਾਂ ਨਹੀਂ ਕਰਦੇ ਹੁੰਦੇ। ਉਹ ਕਰਦੇ ਕੀ ਨੇ, ਜਿਤਨਾ ਵੀ ਕਰਮ ਕੀਤੀ ਸੇਵਾ ਕੀਤੀ, ਮਹਾਰਾਜ ਮੈਂ ਨਹੀਂ ਕੀਤੀ, ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੁੰਦੀ ਹੈ ਮੈਂ ਕੁਛ ਵੀ ਨਹੀਂ ਮਹਾਰਾਜ ਕਰਦਾ, ਨਾ ਮੈਂ ਕਰਦਾ ਨਾ ਮੈਂ ਕਰ ਸਕਦਾ ਹਾਂ। ਕਮੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਣਾ ਕਿਛ ਹਰ ਕੀਆ ਭਇਓ ਕਬੀਰ ਕਬੀਰ। ਉਹ ਕਿਸੇ ਕਰਮ ਦਾ ਆਪਣੇ ਉੱਪਰ ਲੇਪ ਨਹੀਂ ਰੱਖਦੇ ਕਿ ਮੈਂ ਸੇਵਾ ਕੀਤੀ ਹੈ, ਮੈਂ ਆਹ ਸੇਵਾ ਕਰ ਦਿੱਤੀ, ਮੈਂ ਨਾ ਇਤਨੇ ਦਾਨ ਦੇ ਦਿੱਤਾ, ਮੈਨੇ ਇਤਨੀ ਦੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਮੈਨੇ ਪਰਚੀ ਕਟਾਈ ਹੈ। ਅਤੇ ਉਹ ਜਾਣੀ ਕਰਮਾਂ ਦੇ ਬੰਧਨ ਨੂੰ ਨਾਲ ਨਹੀਂ ਰੱਖਦਾ। ਸ਼ੁਭ ਕਰਮ ਜਿਤਨੇ ਸਾਰੇ ਕਰਮ ਨੇ ਸੇਵਾ ਕਰਤ ਹੋਏ ਨਿਹਕਾਮੀ, ਉਸ ਦੇ ਵਿੱਚ ਫਿਰ ਕਰਮਾਂ ਦਾ ਕੋਈ ਬੰਧਨ ਨਹੀਂ ਜਦੋਂ ਰਹਿੰਦਾ ਹੈਗਾ ਤਾਂ ਉਸ ਨੂੰ ਕਿਸੇ ਕਰਮ ਦਾ ਕੋਈ ਫਲ ਨਹੀਂ ਮਿਲੇਗਾ। ਉਹ ਪਰਮੇਸ਼ਰ ਵਿੱਚ ਜਾਣੀ ਅਭੇਦ ਹੋ ਜਾਏਗਾ। ਪਰ ਜਿਹੜਾ ਮਨਮੁੱਖ ਹੈ ਉਹ ਕਰਮਾਂ ਦਾ ਬੰਧਨ ਆਪਣੇ ਨਾਲ ਰੱਖਦਾ। ਕਰਮਾਂ ਦਾ ਬੰਧਨ ਨਾਲ ਰੱਖੇਗਾ। ਕਰਮ ਜਿਹੜੇ ਕੀਤੇ ਨੇ ਉਹਨਾਂ ਨੂੰ ਖੁਸ਼ ਹੁੰਦਾ। ਜੇ ਕਿਸੇ ਨੂੰ ਸਰੋਪਾ ਨਾ ਮਿਲੇ, ਕਿਸੇ ਨੇ ਦਾਨ ਪੁੰਨ ਕਰ ਦਿੱਤਾ ਤਾਂ ਮਨ ਦੇ ਵਿੱਚ ਰੰਜਸ ਆਏਗੀ, ਗੁੱਸਾ ਆਏਗਾ ਕਿ ਮੈਂ ਇਤਨੀ ਦੀ ਪਰਚੀ ਕਟਾਈ ਅਤੇ ਮੈਨੂੰ ਸਰੋਪਾ ਨਹੀਂ ਮਿਲਿਆ। ਸੋ ਗੁਰਮੁਖ ਨਹੀਂ ਇਸ ਤਰ੍ਹਾਂ ਕਹੇਗਾ। ਉਹ ਕਹੇਗਾ ਬਹੁਤ ਵਧੀਆ ਹੋਇਆ, ਨਹੀਂ ਮਿਲਿਆ ਬਹੁਤ ਅੱਛਾ ਹੋਇਆ, ਮੇਰਾ ਨਾਂ ਹੋਣਾ ਨਹੀਂ ਚਾਹੀਦਾ, ਨਾਂ ਹੋਣਾ ਚਾਹੀਦਾ ਗੁਰੂ ਸਾਹਿਬ ਦਾ ਨਾਂ ਹੋਣਾ ਚਾਹੀਦਾ ਹੈ। ਮੇਰਾ ਸਰੀਰ ਤਾਂ ਇਹ ਨਾਸਵੰਤ ਹੈ, ਗੁਰੂ ਤਾਂ ਨਾਸ ਤੋਂ ਰਹਿਤ ਹੈ। ਸੋ ਗੁਰੂ ਨੂੰ ਵਡਿਆਈ ਦਿੰਦਾ ਹੈ, ਸਾਰੀ ਵਡਿਆਈ ਗੁਰੂ ਪਰਮੇਸ਼ਰ ਨੂੰ ਉਹ ਸਮਰਪਿਤ ਕਰ ਦਿੰਦਾ ਹੈ। ਜਿਤਨੀ ਉਸਦੀ ਵਡਿਆਈ ਹੁੰਦੀ ਹੈ ਤਾਂ ਉਹ ਆਖ ਦੇਗਾ ਮਹਾਰਾਜ ਮੇਰੀ ਵਡਿਆਈ ਨਹੀਂ ਹੁੰਦੀ, ਇਹ ਜਿਤਨੀ ਮੇਰੀ ਵਡਿਆਈ ਹੈ ਇਹ ਤੇਰੇ ਨਾਮ ਅਤੇ ਗੁਰਬਾਣੀ ਕਰਕੇ ਹੋ ਰਹੀ ਹੈ। ਤੂੰ ਨਾਮ ਅਤੇ ਗੁਰਬਾਣੀ ਦੀ ਕਿਰਪਾ ਨਾ ਕਰੇ ਇਹ ਵਡਿਆਈ ਕੌਣ ਕਰੇਗਾ, ਭਾਵ ਕਿ ਕੋਈ ਵੀ ਨਹੀਂ ਕਰੇਗਾ। ਸੋ ਨਾਮ ਵਡਿਆਈ ਨਾਮ ਦੇ ਕਰਕੇ, ਗੁਰਬਾਣੀ ਕਰਕੇ ਹੀ ਸਾਰੀ ਵਡਿਆਈ ਹੈ। ਨਾਮ ਅਤੇ ਗੁਰਬਾਣੀ ਮਹਾਰਾਜ ਤੇਰਾ ਹੈ, ਸੋ ਭਾਵ ਕਿ ਤੇਰੇ ਕਰਕੇ ਹੀ ਵਡਿਆਈ ਹੈ। ਤੂੰ ਮਾਇਆ ਦਿੱਤੀ ਹੈ, ਪੈਸਾ ਦਿੱਤਾ ਹੈ ਵਾਹਿਗੁਰੂ, ਤਾਂ ਹੀ ਦਾਨ ਕੀਤਾ ਹੈ। ਇਹ ਦਾਨ ਤੂੰ ਹੀ ਕਰਨ ਵਾਲਾ, ਤੂੰ ਹੀ ਕਰਾਉਣ ਵਾਲਾ। ਉਹ ਆਪਣੇ ਆਪ ਨੂੰ ਜਾਣੀ ਕਰਮਾਂ ਤੋਂ ਨਿਰਲੇਪ ਰੱਖਦਾ ਹੈ। ਜਦ ਕਰਮ ਦਾ ਬੰਧਨ ਉਸਦੇ ਪੱਲੇ ਨਹੀਂ ਬੰਨਿਆ ਜਾਏਗਾ ਤਾਂ ਉਸ ਨੂੰ ਦੁਬਾਰੇ ਜਨਮ ਮਰਨ ਨਹੀਂ ਉਸਦਾ ਹੋਏਗਾ। ਜੇ ਉਸਦਾ ਦੁਬਾਰੇ ਜਨਮ ਹੋਏਗਾ ਤਾਂ ਪਰਉਪਕਾਰ ਵਾਸਤੇ ਜਨਮ ਤਾਂ ਹੋ ਸਕਦਾ ਕਿਸੇ ਦਾ। ਜਨਮ ਮਰਨ ਦੋਹੋ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਇਸ ਤਰੀਕੇ ਨਾਲ ਤਾਂ ਉਹਨਾਂ ਦਾ ਜਨਮ ਹੋ ਸਕਦਾ ਹੈ। ਪਰ ਵੈਸੇ ਕਰਮਾਂ ਦੇ ਬੰਧਨ ਕਰਕੇ ਉਹਨਾਂ ਦਾ ਜਨਮ ਨਹੀਂ ਹੁੰਦਾ। ਉਹ ਜੇ ਆਉਂਦੇ ਨੇ ਤਾਂ ਵੀ ਪਰਉਪਕਾਰ ਵਾਸਤੇ ਹੀ ਆਉਣਗੇ। ਜਿਸ ਤਰ੍ਹਾਂ ਇੱਕ ਡਾਕਟਰ ਹੈ, ਡਾਕਟਰ ਜਾਂਦਾ ਹੈ ਮਰੀਜ਼ਾਂ ਨੂੰ ਦੇਖਦਾ ਹੈ, ਉਹ ਹੌਸਪੀਟਲ ਵਿੱਚ ਜਾਂਦਾ ਹੈ, ਹਸਪਤਾਲ ਦੇ ਵਿੱਚ ਦੇਖਦਾ, ਪਰ ਉਹ ਮਰੀਜ਼ ਨਹੀਂ, ਉਹ ਮਰੀਜ਼ਾਂ ਨੂੰ ਠੀਕ ਕਰਨ ਵਾਸਤੇ ਜਾਂਦਾ। ਪਰ ਚਲਾ ਤਾਂ ਗਿਆ ਉਹ ਵੀ ਹਸਪਤਾਲ ਦੇ ਵਿੱਚ ਉਸੇ ਜਗ੍ਹਾ ਦੇ ਉੱਪਰ ਜਿੱਥੇ ਮਰੀਜ਼ ਪਏ ਨੇ, ਜਿੱਥੇ ਬਿਮਾਰ ਲੋਕ ਨੇ, ਰੋਗੀ ਲੋਕ ਨੇ, ਜਾਂਦਾ ਉਹ ਵੀ ਉੱਥੇ ਹੀ ਹੈ। ਪਰ ਉਹਨਾਂ ਨੂੰ ਕਰਮਾਂ ਦਾ ਲੇਪ ਨਹੀਂ। ਉਹ ਉਹਨਾਂ ਵਿੱਚ ਰਹਿ ਕੇ ਵੀ, ਮਰੀਜ਼ਾਂ ਵਿੱਚ ਰਹਿ ਕੇ ਵੀ ਉਹ ਨਿਰਲੇਪ ਹੈ, ਉਹ ਆਪ ਰੋਗੀ ਨਹੀਂ ਹੈ। ਸੋ ਇਸ ਤਰ੍ਹਾਂ ਕਰਕੇ ਗੁਰਮੁਖ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਉਹ ਜਾਣੀ ਕਰਮਾਂ ਤੋਂ ਨਿਰਲੇਪ ਹੁੰਦੇ ਨੇ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਰਮ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਦਰੋਗਾ ਹੁੰਦਾ ਹੈ, ਜੇਲ੍ਹ ਦੇ ਵਿੱਚ ਜਾਂਦਾ ਹੈ, ਉਹ ਸਾਰੀ ਜੇਲ੍ਹ ਵਿੱਚ ਘੁੰਮਦਾ ਹੈ, ਦੇਖਦਾ, ਕੈਦੀਆਂ ਨੂੰ ਵੀ ਦੇਖਦਾ, ਸਾਰਾ ਉਹਨਾਂ ਦੇ ਖਾਣ ਪਾਣ ਦਾ ਉਹ ਪ੍ਰਬੰਧ ਕਰਵਾਉਂਦਾ। ਜੇਲ੍ਹ ਵਿੱਚ ਦਰੋਗਾ ਵੀ ਗਿਆ ਹੈ, ਪਰ ਉਸ ਨੂੰ ਕੋਈ ਸਜ਼ਾ ਨਹੀਂ ਮਿਲੀ ਹੋਈ ਕਿ ਉਹ ਜੇਲ੍ਹ ਵਿੱਚ ਆਇਆ।
ਪਰ ਉਹ ਜੇਲ੍ਹ ਵਿੱਚ ਆਉਂਦਾ ਤਾਂ ਹੈ ਨਾ। ਉਸ ਤੋਂ ਬਾਅਦ ਉਹ ਮਨਮਰਜ਼ੀ ਨਾਲ ਫਿਰ ਉਹ ਚਲਾ ਜਾਂਦਾ। ਉਸ ਨੂੰ ਕੋਈ ਬੰਦਸ਼ ਨਹੀਂ ਹੈ ਕਿ ਤੂੰ ਹੁਣ ਹਵਾਲਾਤ ਵਿੱਚ ਬੰਦ ਹੈ, ਤੂੰ ਬਾਹਰ ਨਹੀਂ ਜਾ ਸਕਦਾ। ਜਾਣੀ ਜਿਹੜਾ ਇਹ ਹੋ ਗਿਆ ਦਰੋਗਾ, ਇਹ ਜਾਣੀ ਜਦੋਂ ਮਰਜ਼ੀ ਜੇਲ੍ਹ ਵਿੱਚ ਅੰਦਰ ਜਾ ਸਕਦਾ, ਬਾਹਰ ਜਾ ਸਕਦਾ ਹੈ। ਸੋ ਇਸ ਤਰ੍ਹਾਂ ਕਰਕੇ ਸੰਸਾਰ ਵਿੱਚ ਆਉਣਾ ਜਾਂ ਜਾਣਾ, ਗੁਰਮੁਖ ਆਵਾ ਜਾਏ ਨਿਸੰਗ, ਗੁਰਮੁਖ ਇਸ ਤਰ੍ਹਾਂ ਹੀ ਹੁੰਦੇ ਹਨ। ਉਹਨਾਂ ਉੱਪਰ ਕਿਸੇ ਕਰਮਾਂ ਦਾ ਲੇਪ ਨਹੀਂ ਹੋਇਆ ਕਰਦਾ। ਸੋ ਜਿਸ ਤਰ੍ਹਾਂ ਕਿ ਦਰੋਗਾ ਜਾਂ ਡਾਕਟਰ ਲਾ ਲਓ, ਉਹਨਾਂ ਉੱਪਰ ਜਾਣੀ ਲੇਪ ਨਹੀਂ ਹੁੰਦਾ ਹੈਗਾ ਕਿਸੇ ਬਿਮਾਰੀ ਦਾ। ਜਾਣੀ ਉਹ ਆਉਣਾ ਜਾਣਾ ਉਹਨਾਂ ਦਾ ਨਿਸੰਗ ਹੁੰਦਾ ਹੈ। ਗੁਰਮੁਖਾਂ ਦਾ ਇਸੇ ਤਰ੍ਹਾਂ ਹੀ ਸੰਸਾਰ ਵਿੱਚ ਆਉਣਾ ਅਤੇ ਜਾਣਾ ਨਿਸੰਗ ਹੁੰਦਾ ਹੈ। ਉਹ ਜਦੋਂ ਮਰਜ਼ੀ ਜੀ ਚਾਹੇ ਜਾ ਸਕਦੇ ਨੇ, ਜਦੋਂ ਮਰਜ਼ੀ ਜੀ ਚਾਹੇ ਸਰੀਰ ਛੱਡ ਸਕਦੇ ਨੇ, ਉਹਨਾਂ ਦੀ ਮਰਜ਼ੀ ਹੁੰਦੀ ਹੈ। ਬਾਕੀ ਉਹ ਗੁਰੂ ਪਰਮੇਸ਼ਰ ਦੀ ਮਰਜ਼ੀ ਵਿੱਚ ਰਹਿੰਦੇ ਨੇ। ਪਰਮੇਸ਼ਰ ਨੇ ਜੈਸੀ ਸੇਵਾ ਲਾਈ ਹੁੰਦੀ ਹੈ ਉਹਨੂੰ ਸਿਰ ਮੱਥੇ ਕਬੂਲ ਕਰਦੇ ਨੇ। ਸੋ ਸਾਧ ਸੰਗਤ ਜੀ, ਜਿਤਨੀਆਂ ਗੁਰਮੁਖ ਰੂਹਾਂ ਆਈਆਂ ਨੇ ਇਹ ਕਰਮਾਂ ਦੇ ਲੇਪ ਵਿੱਚ ਨਹੀਂ ਸੀ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, 5 ਪਿਆਰੇ ਜਾਂ 4 ਸਾਹਿਬਜ਼ਾਦੇ ਲਾ ਲਓ, ਹੋਰ ਜਿਤਨੇ ਵੀ ਕੋਈ ਐਸੇ ਹੋਏ ਨੇ, ਇਹ ਕਰਮਾਂ ਦੇ ਬੰਧਨ ਵਾਸਤੇ ਨਹੀਂ ਆਏ। ਸੋ ਐਸਾ ਜੈਸੇ ਇਹਨਾਂ ਨੇ ਕਰਮ ਕੀਤੇ ਨੇ, ਆਮ ਜਿਹੜਾ ਕਰਮਾਂ ਦੇ ਬੰਧਨ ਵਿੱਚ ਮਨੁੱਖ ਉਹ ਕਰੇ ਨਹੀਂ ਸਕਦਾ। ਉਹ ਤਾਂ ਮੋਹ ਮਾਇਆ ਦੇ ਵਿੱਚ ਲੁਭਾਏਮਾਨ ਹੁੰਦਾ ਹੈ। ਸੋ ਇਹ ਤਾਂ ਮੋਹ ਮਾਇਆ ਵਿੱਚ ਕੋਈ ਲੁਭਾਏਮਾਨ ਨਹੀਂ ਸੀ। ਬਾਬਾ ਆਪਣਾ ਭਾਈ ਮਨੀ ਸਿੰਘ ਜੀ ਦੇ ਜਿਹੜੇ ਪਰਿਵਾਰ ਆ, ਇਸ ਦੀਆਂ ਵਿਦਵਾਨਾਂ ਨੇ ਦੱਸਿਆ ਹੈ ਕਿ 22 ਸ਼ਹੀਦੀਆਂ ਨੇ ਇੱਕੇ ਪਰਿਵਾਰ ਦੀਆਂ। ਨਹੀਂ ਕਿਸੇ ਦਾ ਇੱਕ ਬੰਦਾ ਸ਼ਹੀਦ ਹੋ ਜਾਵੇ, ਨਾ ਬਈ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਖਹਿੜਾ ਛੱਡ, ਉਹਨਾਂ ਤੇਰੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਮਰਵਾਈ ਜਾਂਦਾ ਹੈ, ਤੂੰ ਉਸ ਦਾ ਖਹਿੜਾ ਛੱਡ ਦੇ, ਲੋੜ ਹੀ ਨਹੀਂ ਤੈਨੂੰ ਸਿੱਖੀ ਦੀ। ਸੋ ਇਹ ਮਨਮੁਖ ਐਸਾ ਸੋਚ ਸਕਦਾ ਹੈ। ਜਿਹੜਾ ਗੁਰਮੁਖ ਹੈ ਉਹ ਕਹਿੰਦਾ ਵੀ ਉਹਨਾਂ ਦਾ ਜਿਹੜਾ ਜਨਮ ਹੈ ਪਰਉਪਕਾਰ ਵਾਸਤੇ ਹੀ ਬਣਿਆ ਹੁੰਦਾ ਹੈ। ਸੋ ਜਿਵੇਂ ਬਚਿੱਤਰ ਸਿੰਘ ਜੀ ਸੀ, ਇਹ ਭਾਈ ਮਨੀ ਸਿੰਘ ਜੀ ਦੇ ਬੇਟੇ ਸੀ। ਸੋ ਇਹਨਾਂ ਦੇ ਜਾਣੀ ਪਰਿਵਾਰ ਦੀਆਂ ਕਿਤਨੀਆਂ ਮਾਨ ਸ਼ਹੀਦੀਆਂ ਨੇ। ਸੋ ਉਹਨਾਂ ਦਾ ਜਾਣੀ ਆਉਣਾ ਜਾਣਾ ਨਿਸੰਗ ਹੁੰਦਾ ਹੈ। ਮਨਮਰਜ਼ੀ ਨਾਲ ਆਉਂਦੇ ਨੇ, ਮਨਮਰਜ਼ੀ ਨਾਲ ਜਾਂਦੇ ਨੇ। ਸੋ ਕਿਸੇ ਵੀ ਕਰਮ ਦਾ ਲੇਪ ਬੰਧਨ ਗੁਰਮੁਖਾਂ ਨੂੰ ਨਹੀਂ ਹੋਇਆ ਕਰਦਾ। ਪਰ ਜੋ ਮਨਮੁਖ ਨੇ ਉਹ ਕਰਮ ਦੇ ਬੰਧਨ ਵਿੱਚ ਨੇ। ਉਹ ਜੈਸੇ ਕਰਮ ਕਰਦੇ ਨੇ ਵੈਸਾ ਉਹਨਾਂ ਨੂੰ ਫਲ ਮਿਲਦਾ ਹੈ। ਪਰਮੇਸ਼ਰ ਤੋਂ ਭੁੱਲੇ ਹੋਏ ਨੇ, ਉਹਨਾਂ ਨੂੰ ਸਭ ਪ੍ਰਕਾਰ ਦੇ ਮਨ ਦੇ ਤਨ ਦੇ ਸਾਰੇ ਉਹਨਾਂ ਨੂੰ ਰੋਗ ਲੱਗ ਜਾਂਦੇ ਨੇ। ਉਹਨਾਂ ਦੇ ਜਨਮਾਂ ਦੇ ਵਿਛੋੜੇ ਵਿਜੋਗ ਪੈ ਜਾਂਦੇ ਨੇ। ਔਰ ਜਿਤਨੇ ਵੀ ਮਾਇਆ ਦੇ ਉਹ ਭੋਗ ਭੋਗਦੇ ਨੇ, ਉਹਨਾਂ ਨੂੰ ਪਹਿਲਾਂ ਮਿੱਠੇ ਲੱਗਦੇ ਨੇ, ਬਾਅਦ ਦੇ ਵਿੱਚ ਫਿਰ ਕੌੜੇ ਹੋ ਕੇ ਉਹਨੂੰ ਦੁੱਖ ਰੂਪ ਵਿੱਚ ਉਹਨੂੰ ਫੜ ਦਿੰਦੇ ਨੇ। ਜਿਸ ਤਰ੍ਹਾਂ ਕਿ ਅਜਾਮਲ ਸੀ, ਅਜਾਮਲ ਨੂੰ ਪਹਿਲਾਂ ਭੋਗਾਂ ਦਾ ਸੁੱਖ ਲੱਗਿਆ, ਬਾਅਦ ਦੇ ਵਿੱਚ ਫਿਰ ਦੁਖੀ ਹੋਇਆ। ਚਲੋ ਗੁਰੂ ਦੀ ਸ਼ਰਣੀ ਆ ਗਿਆ, ਦੁਖੀ ਹੋ ਕੇ ਉਸ ਦਾ ਵੀ ਉਧਾਰ ਹੋਇਆ ਹੈ। ਜਾਣੀ ਕਰਮਾਂ ਦਾ ਜਿਹੜੇ ਮਾੜੇ ਕਰਮ ਨੇ ਇਹਨਾਂ ਦਾ ਜਿਹੜਾ ਫਲ ਹੈ ਪਹਿਲਾਂ ਸੁੱਖ ਪ੍ਰਤੀਤ ਹੁੰਦਾ ਹੈ, ਬਾਅਦ ਵਿੱਚ ਇਹ ਦੁੱਖ ਰੂਪ ਹੀ ਹੋਇਆ ਕਰਦੇ ਨੇ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਵਿੱਚ ਤੋਂ ਭਾਵ ਇੱਥੇ ਵਿਚੋਲਾ, ਕੋਈ ਜਾਣੀ ਵਿਚੋਲਾ ਨਹੀਂ ਬਣ ਸਕਦਾ ਗੁਰੂ ਤੋਂ ਬਿਨਾਂ। ਕੋਈ ਤੇਰੀ ਮਦਦ ਨਹੀਂ ਕਰ ਸਕਦਾ ਜੇ ਤੂੰ ਮਾੜੇ ਕਰਮ ਕਰੇਂਗਾ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਕਿੱਥੇ ਤੂੰ ਰੋਣਾ ਰੋਏਂਗਾ ਆਪਣਾ, ਕਿੱਥੇ ਰੋਏਂਗਾ ਕਿ ਮੇਰੀ ਕੋਈ ਮਦਦ ਕਰੋ, ਮੇਰੀ ਕੋਈ ਮਦਦ ਕਰੋ। ਉੱਥੇ ਤੇਰੀ ਕੋਈ ਮਦਦ ਨਹੀਂ ਹੋਣੀ। ਦਰਗਾਹ ਦੇ ਵਿੱਚ ਤੈਨੂੰ ਸਜ਼ਾਵਾਂ ਮਿਲਣੀਆਂ ਨੇ। ਜੈਸੇ ਤੂੰ ਮਾੜੇ ਕਰਮ ਕਰੇਂਗਾ ਉਸ ਤੋਂ ਤੇਰਾ ਖਹਿੜਾ ਨਹੀਂ ਛੁੱਟਣਾ। ਕੋਈ ਆਤਮ ਹੱਤਿਆ ਕਰ ਲੈਂਦਾ ਹੈ, ਆਤਮ ਹੱਤਿਆ ਕਰਨ ਵਾਲੇ ਨੂੰ ਦੁਬਾਰੇ ਮਨੁੱਖਾ ਜਨਮ ਨਹੀਂ ਮਿਲਿਆ ਕਰਦਾ, ਕਿਉਂਕਿ ਉਸਨੇ ਕੋਈ ਕਦਰ ਨਹੀਂ ਪਾਈ। ਸਾਧ ਸੰਗਤ ਜੀ, ਸਭ ਤੋਂ ਸ੍ਰੇਸ਼ਟ ਜੁਨੀ ਆ ਮਨੁੱਖਾ ਜੁਨੀ। ਇਹ ਜੁਨੀ ਦੇ ਵਿੱਚ ਇਹੀ ਇੱਕ ਜੁਨੀ ਆ ਜਿਹੜੀ ਆਤਮ ਹੱਤਿਆ ਕਰਦੀ ਹੈ। ਹੋਰ 84 ਲੱਖ ਜੂਨ ਆ, ਉਹ ਕੋਈ ਆਤਮ ਹੱਤਿਆ ਨਹੀਂ ਕਰਦੀ। ਜਾਣੀ ਸਭ ਤੋਂ ਭੈੜੀ ਮੌਤ, ਗਲਤ ਮੌਤ ਆਤਮ ਹੱਤਿਆ ਦੀ ਮੌਤ ਹੈ। ਸੋ ਜਿਹੜਾ ਸਤਸੰਗੀ ਹੋਏਗਾ, ਨਾਮ ਜਪੇਗਾ, ਬਾਣੀ ਪੜ੍ਹੇਗਾ, ਉਹਨੂੰ ਇਹ ਸੋਝੀ ਮਿਲੇਗੀ ਕਿ ਇਹ ਮੌਤ ਨਹੀਂ ਸਾਨੂੰ ਕਰਨੀ ਚਾਹੀਦੀ। ਕਿਉਂ ਪ੍ਰੇਤ ਦੀ ਜੂਨ ਵੀ ਮਿਲ ਸਕਦੀ ਹੈ, ਭੈੜੀ ਜੂਨੀ ਉਸ ਨੂੰ ਮਿਲਦੀ ਹੈ। ਹੋਰ ਭੈੜੀਆਂ ਟੇਢੀਆਂ ਜੂਨੀਆਂ ਉਸ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜਾ ਕਿ ਆਤਮ ਹੱਤਿਆ ਕਰਦਾ ਹੈ। ਜਾਣੀ ਕੋਈ ਮਦਦ ਨਹੀਂ ਕਰੇਗਾ। ਜੈਸੇ ਤੂੰ ਕਰਮ ਕਰੇਂਗਾ ਵੈਸਾ ਤੈਨੂੰ ਫਲ ਮਿਲੇਗਾ। ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਰੋਵੈ ਰੋਜ਼। ਕਿੱਥੇ ਤੂੰ ਆਪਣਾ ਰੋਣਾ ਰੋਏਂਗਾ। ਗੁਰੂ ਤੋਂ ਬਿਨਾਂ ਤੇਰੀ ਕਿਸੇ ਨੇ ਬਾਂਹ ਨਹੀਂ ਪਕੜਨੀ। ਕੋਈ ਕਿਸੇ ਬੰਦੇ ਨੇ ਤੇਰਾ ਕੋਈ ਸਾਥ ਨਹੀਂ ਦੇਣਾ ਹੈ। ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਰੋਵੈ ਰੋਜ਼। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਤੇਰਾ ਹੁਣ ਕੀਤਾ ਹੋਇਆ ਕੁਝ ਨਹੀਂ ਬਣ ਸਕਦਾ, ਕਿਉਂਕਿ ਤੇਰੇ ਧੁਰ ਸੰਜੋਗ ਤੋਂ ਜੈਸਾ ਤੇਰੇ ਉੱਪਰ ਲੇਖ ਲਿਖਿਆ ਹੋਇਆ ਹੈ
ਵੈਸਾ ਤੈਨੂੰ ਭੋਗਣਾ ਹੀ ਪਵੇਗਾ। ਤੇਰੇ ਸੰਜੋਗ ਵਿਜੋਗ ਦੋ ਕਾਰ ਚਲਾਵੈ, ਲਿਖੇ ਆਵੈ ਭਾਗ। ਸੋ ਤੇਰੇ ਲੇਖ ਦੇ ਵਿੱਚ ਲਿਖ ਦਿੱਤਾ, ਭਾਗਾਂ ਵਿੱਚ ਤੇਰੇ ਲਿਖ ਦਿੱਤਾ ਤੈਨੂੰ ਕੀ ਮਿਲਣਾ, ਕੀ ਤੈਨੂੰ ਨਹੀਂ ਮਿਲਣਾ ਹੈ। ਹੁਣ ਤੇਰੇ ਕੀਤਿਆਂ 'ਤੇ ਕੁਛ ਨਹੀਂ ਬਣ ਸਕਦਾ ਹੈ। ਗਣ ਘਾਲੇ ਸਭ ਦਿਵਸ ਸਾਸ, ਨਹਿ ਵੜਨ ਘਟਨ ਤਿਲ ਸਾਰ। ਜੀਵਨ ਲੋਰੈ ਭਰਮ ਮੋਹ, ਨਾਨਕ ਤੇਊ ਗਵਾਰ। ਮਹਾਰਾਜ ਕਹਿੰਦੇ ਤੇਰਾ ਕੁਛ ਨਹੀਂ ਹੋ ਸਕਦਾ, ਇਸ ਕਰਕੇ ਜੋ ਤੂੰ ਕਰਨਾ ਹੈ ਤੂੰ ਹੁਣੇ ਕਰ ਸਕਦਾ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਿੰਗ ਪਾਣੀ। ਅਬ ਨਾ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਛ ਕਰੈ ਸੋਈ ਅਬਸਾਰ, ਫਿਰ ਪਛਤਾਹੋ ਨਾ ਪਾਵੋ ਪਾਰ। ਫਿਰ ਤਾਂ ਪਛਤਾਵਾ ਪੱਲੇ ਪੈ ਜਾਏਗਾ। ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਿੰਗ ਪਾਣੀ। ਜਬ ਲਗ ਜਰਾ ਰੋਗ ਨਹੀਂ ਆਇਆ, ਜਦ ਤੱਕ ਤੇਰੇ ਉੱਪਰ ਬੁਢੇਪੇ ਦਾ ਰੋਗ ਨਹੀਂ ਨਾ ਆਇਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਕਾਲ ਨੇ ਜਦ ਤੱਕ ਤੇਰੀ ਕਾਇਆ ਨੂੰ ਨਹੀਂ ਗਰਸਿਆ। ਜਬ ਲਗ ਬਿਕਲ ਪਈ ਨਹੀਂ ਬਾਣੀ, ਤੇਰਾ ਜਿਹੜੀ ਜ਼ਬਾਨ ਤੂੰ ਬੋਲਦਾ ਨਾ ਤੇ ਕੋਈ ਦੰਦ ਨਿਕਲ ਜਾਣਗੇ, ਜ਼ਬਾਨ ਤੋਂ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ। ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਿੰਗ ਬਾਣੀ। ਤੂੰ ਪਰਮੇਸ਼ਰ ਦਾ ਨਾਮ ਜਪ। ਅਬ ਨਾ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਛ ਕਰੈ ਸੋਈ ਅਬਸਾਰ, ਫਿਰ ਪਛਤਾਹੋ ਨਾ ਪਾਵੋ ਪਾਰ। ਫਿਰ ਤੇਰੇ ਪੱਲੇ ਪਛਤਾਵਾ ਰਹਿ ਜਾਏਗਾ, ਫਿਰ ਤੂੰ ਪਾਰ ਉਤਾਰਾ ਨਹੀਂ ਤੇਰਾ ਹੋਣਾ, ਤੂੰ ਡੁੱਬ ਜਾਏਗਾ। ਭਵ ਸਾਗਰ ਦੇ ਵਿੱਚ ਤੂੰ ਡੁੱਬ ਜਾਏਗਾ, ਤੂੰ ਨੀਚੇ ਨੂੰ ਤੂੰ ਚਲਾ ਜਾਏਗਾ, ਜਾਣੀ ਜਨਮ ਮਰਨ ਦੇ ਤੂੰ ਚੱਕਰ ਵਿੱਚ ਪੈ ਜਾਏਗਾ। ਕੁਛ ਵੀ ਨਹੀਂ ਤੇਰਾ ਬਣਨਾ ਹੈ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਬਾਅਦ 'ਚ ਤੇਰਾ ਕੁਛ ਨਹੀਂ ਬਣਨਾ। ਜਿਸ ਤਰ੍ਹਾਂ ਦੇ ਤੂੰ ਕਰਮ ਬੀਜੇਗਾ, ਜਿਸ ਤਰ੍ਹਾਂ ਦੇ ਸਾਰੀ ਜ਼ਿੰਦਗੀ ਤੇਰੇ ਮਨ ਦੇ ਵਿੱਚ ਖਿਆਲ ਬਣੇ ਰਹੇ ਨੇ, ਉਸ ਤਰ੍ਹਾਂ ਦੀ ਤੇਰੇ ਮਨ ਦੇ ਵਿੱਚ ਵਾਸਨਾ ਆ ਜਾਏਗੀ। ਜਿਤ ਲਾਗੋ ਮਨ ਵਾਸਨਾ, ਸਾਈ ਪ੍ਰਗਟਾਨੀ। ਅੰਤ ਸਾਈ ਪ੍ਰਗਟਾਨੀ। ਅੰਤ ਨੂੰ ਵੈਸੇ ਹੀ ਵਾਸਨਾ ਪ੍ਰਗਟ ਹੋ ਜਾਏਗੀ। ਜਿਸ ਤਰ੍ਹਾਂ ਦਾ ਤੇਰੇ ਮਨ ਦੇ ਵਿੱਚ ਖਿਆਲ ਆ ਗਿਆ, ਉਸ ਤਰ੍ਹਾਂ ਦਾ ਤੇਰਾ ਅਗਲਾ ਜਨਮ ਹੋ ਜਾਏਗਾ। ਖਿਆਲ ਜਿਹੜਾ ਹੁਣ ਗੁਰਮੁਖ ਨੇ ਉਹ ਨਾਮ ਜਪਦੇ ਗੁਰਬਾਣੀ ਪੜ੍ਹਦੇ ਸਰੀਰ ਤਿਆਗਦੇ ਨੇ, ਤਾਂ ਉਹ ਬਾਣੀ ਦੇ ਵਿੱਚ ਅਭੇਦ ਹੋ ਜਾਂਦੇ ਨੇ, ਨਾਮ ਦੇ ਵਿੱਚ ਅਭੇਦ ਹੋ ਜਾਣਗੇ। ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ, ਪਰਮੇਸ਼ਰ ਵਿੱਚ ਜਾਣੀ ਅਭੇਦ ਹੋ ਜਾਂਦੇ ਹਨ। ਪਰ ਮਨਮੁਖ ਦਾ ਕੁਛ ਨਹੀਂ ਬਣੇਗਾ। ਇਸ ਕਰਕੇ ਇਸ ਸਰੀਰ ਦੇ ਰਹਿੰਦੇ ਸੋ ਰਹਿੰਦੇ ਹੀ ਆਪਾਂ ਚੰਗੇ ਕਰਮ ਬੀਜੀਏ, ਵੱਧ ਤੋਂ ਵੱਧ ਨਾਮ ਜਪੀਏ, ਗੁਰਬਾਣੀ ਪੜ੍ਹੀਏ, ਸੇਵਾ ਕਰੀਏ। ਅਸੀਂ ਚੰਗੇ ਕਰਮਾਂ ਦੀ ਪੰਡ ਬੰਨ੍ਹ ਕੇ ਅਸੀਂ ਲੈ ਕੇ ਜਾਈਏ, ਉਸ ਦਾ ਸਾਨੂੰ ਚੰਗਾ ਫਲ ਮਿਲੇਗਾ। ਜਿਹੜਾ ਚੰਗੇ ਜਾਂ ਕਿਸੇ ਕਰਮਾਂ ਦੀ ਪੰਡ ਬੰਨ੍ਹ ਕੇ ਨਹੀਂ ਲੈ ਜਾਂਦਾ, ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸੇਵਾ ਕਰਤ ਹੋਏ ਨੇਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਉਸ ਨੂੰ ਸੁਆਮੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਇੱਥੇ ਤੱਕ ਸੀ ਸਤਿਗੁਰ ਮਹਾਰਾਜ ਜੀ ਨੇ ਕਰਮਾਂ ਦੀ ਗਤੀ ਦੱਸੀ ਹੈ। ਇਹ ਜਿਹੜਾ ਸ਼ਬਦ ਹੈ, ਇਸ ਵਿੱਚ ਇੱਥੇ ਤੱਕ ਕਰਮਾਂ ਦੀ ਗਤੀ ਹੈ। ਅੱਗੇ ਸਤਿਗੁਰ ਮਹਾਰਾਜ ਜੀ ਕਿਰਪਾ ਦੱਸ ਰਹੇ ਨੇ ਕਿ ਹੁਣ ਤੂੰ ਪਰਮੇਸ਼ਰ ਦੀ ਕਿਰਪਾ ਮੰਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡਿਆਂ ਭਾਗਾਂ ਕਰਕੇ, ਦੇਖੋ ਭਾਗ ਚੰਗੇ ਹੋਣਗੇ, ਪਹਿਲਾਂ ਕਰਮ ਚੰਗੇ ਬੀਜੇ ਹੋਣਗੇ, ਤਾਂ ਹੀ ਉਸ ਤਰ੍ਹਾਂ ਦੇ ਸਾਡੇ ਭਾਗ ਬਣਨਗੇ ਨਾ। ਸੋ ਵੱਡੇ ਭਾਗਾਂ ਤੋਂ ਬਿਨਾਂ ਸਤਸੰਗ ਨਹੀਂ ਮਿਲਦੀ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸੋ ਪੂਰੇ ਸਤਿਗੁਰੂ ਦਾ ਵੀ ਮਿਲਾਪ ਨਹੀਂ ਹੁੰਦਾ ਹੈਗਾ। ਚੰਗੇ ਕਰਮ ਨਾ ਕੀਤੇ ਹੋਣ, ਪੂਰੇ ਸਤਿਗੁਰੂ ਦਾ ਵੀ ਮਿਲਾਪ ਨਹੀਂ ਹੁੰਦਾ ਹੈਗਾ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਸਾਰੇ ਵਿਯੋਗ ਝੁਰੇਵੇਂ ਤੇਰੇ ਸਾਰੇ ਮਿਟ ਜਾਣਗੇ, ਵਿਛੋੜੇ ਸਾਰੇ ਖਤਮ ਹੋ ਜਾਣਗੇ। ਸੋ ਪਰਮੇਸ਼ਰ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ ਤੇਰੇ ਸਾਰੇ ਵਿਯੋਗ ਵਿਛੋੜੇ ਖਤਮ ਹੋ ਜਾਣਗੇ। ਪਰਮੇਸ਼ਰ ਤੁਹਾਡੇ ਭਾਗਾਂ ਨਾਲ ਹੀ ਮਿਲਦਾ ਹੈ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਹੇ ਵਾਹਿਗੁਰੂ ਕਿਰਪਾ ਕਰ, ਮੈਂ ਚੰਗਾ ਭਾਵੇਂ ਮਾੜਾ, ਮੈਨੂੰ ਹੁਣ ਤੂੰ ਰੱਖ ਲੈ। ਇਹ ਅਸੀਂ ਅਰਦਾਸ ਕਰੀਏ, ਬੇਨਤੀ ਕਰੀਏ। ਸਤਿਗੁਰ ਮਹਾਰਾਜ ਡੋਬਦੇ ਨਹੀਂ ਹੈਗੇ। ਜਿਤਨੇ ਵੀ ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ, ਸਾਨੂੰ ਸਾਡੇ ਕਰਮਾਂ ਦੀ ਗਤੀ ਦੱਸ ਕੇ ਸਾਨੂੰ ਸੁਚੇਤ ਜਾਣੀ ਕਰਦੇ ਨੇ ਮਹਾਰਾਜ। ਉਸ ਤੋਂ ਬਾਅਦ ਮਹਾਰਾਜ ਸਾਨੂੰ ਉਹਨਾਂ ਤੋਂ ਬਚਣ ਦਾ, ਸਾਨੂੰ ਤਰਨ ਦਾ ਤਰੀਕਾ ਵੀ ਨਾਲ ਦੱਸਦੇ ਨੇ। ਮਹਾਰਾਜ ਹੁਣ ਸਾਨੂੰ ਦੱਸ ਰਹੇ ਨੇ, ਨਾਨਕ ਕੋ ਪ੍ਰਭ ਰਾਖ ਲਏ। ਇਹ ਵਾਹਿਗੁਰੂ ਤੂੰ ਮੈਨੂੰ ਰੱਖ ਲੈ।
ਮੇਰੇ ਸਾਹਿਬ ਬੰਦੀ ਮੋਚ, ਬੰਦੀ ਖਾਨੇ ਵਿੱਚੋਂ ਛਡਾਉਣ ਵਾਲੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕਿਰਪਾ ਕਰਕੇ ਮੈਨੂੰ ਬੰਦੀ ਖਾਨੇ ਵਿੱਚੋਂ, ਇਹ ਜਿਹੜਾ 84 ਲੱਖ ਦਾ ਬੰਦੀ ਖਾਨਾ ਮੈਨੂੰ ਚਿੰਬੜਿਆ ਹੋਇਆ, ਇਸ ਵਿੱਚ ਮੈਨੂੰ ਬਚਾ ਲੈ। ਜਿਸ ਤਰ੍ਹਾਂ ਤੂੰ ਸੱਚੇ ਪਾਤਸ਼ਾਹ ਮਹਾਰਾਜ ਜੀਓ ਬਾਬਰ ਦੇ ਜੋ ਜੇਲ੍ਹ ਖਾਨਾ ਸੀ, ਉੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਉੱਥੋਂ ਬੰਦੀ ਖਾਨੇ ਵਿੱਚੋਂ, ਬਾਬਰ ਦੇ ਵਿੱਚੋਂ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੋਂ ਕੈਦੀਆਂ ਨੂੰ ਛੁਡਵਾਇਆ ਸੀ। ਜਿਸ ਤਰ੍ਹਾਂ ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੰਦੀ ਖਾਨੇ ਦੇ ਵਿੱਚੋਂ 52 ਜੋ ਰਾਜੇ ਸੀ ਉਹਨਾਂ ਨੂੰ ਮਹਾਰਾਜ ਨੇ ਛੁਡਵਾਇਆ ਸੀ। ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਰੂਪ ਵਿੱਚ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ 30 ਸਾਲ ਹੋ ਗਏ ਤੇ ਜੀ ਸਰੀਰ ਤਿਆਗਿਆਂ ਨੂੰ, ਬਾਲਾ ਰਾਓ ਅਤੇ ਰੁਸਤਮ ਰਾਓ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਇਹ ਯਾਦ ਕਰਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਸ ਜੇਲ੍ਹ ਵਿੱਚੋਂ ਆਪ ਜੀ ਕਿਰਪਾ ਕਰਕੇ ਸਾਨੂੰ ਛੁਡਾ ਸਕਦੇ ਹੋ। ਦੇਖੋ ਗੁਰੂ ਸਾਹਿਬ ਜੀ ਸਮਰੱਥ ਹਨ। ਐਸੇ ਕੌਤਕ ਸਾਨੂੰ ਤਾਂ ਕਰਕੇ ਦਿਖਾਉਂਦੇ ਨੇ ਕਿ ਸਾਨੂੰ ਨਿਸ਼ਚਾ ਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤੇ ਨਹੀਂ ਗਏ, ਹੁਣ ਵੀ ਸਾਡੇ ਨਾਲ ਨੇ, ਸਾਡੇ ਅੰਗ ਸੰਗ ਨੇ, ਸਾਡੇ ਅੰਦਰ ਵੀ ਬੈਠੇ ਨੇ, ਸਾਡੇ ਬਾਹਰ ਵੀ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਵੀ ਬੈਠੇ ਨੇ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੀਂ ਹੈਗੇ। ਇਹ ਸਾਨੂੰ ਨਿਸ਼ਚਾ ਕਰਵਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਐਸੇ ਕੌਤਕ ਵਰਤਾਉਂਦੇ ਨੇ। ਜਾਣੀ ਮਹਾਰਾਜ ਨੂੰ ਜਿਹੜਾ ਸਰੀਰਕ ਚੋਲਾ ਸੀ ਹਜ਼ੂਰ ਸਾਹਿਬ ਜੋ ਮਹਾਰਾਜ ਨੇ ਤਿਆਗਿਆ ਹੈ, ਉਸ ਨੂੰ ਕੋਈ 30 ਸਾਲ ਹੋ ਗਏ ਸੀ ਤਿਆਗਿਆਂ ਨੂੰ। ਬਾਲਾ ਰਾਓ ਅਤੇ ਰੁਸਤਮ ਰਾਓ ਯਾਦ ਕਰਦੇ ਨੇ 30 ਸਾਲ ਬਾਅਦ ਵੀ ਆ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਛੁਡਵਾਇਆ। ਸੋ ਜਾਣੀ ਮਹਾਰਾਜ ਸਦਾ ਹੀ ਅੰਗ ਸੰਗ ਨੇ। ਲੋੜ ਹੈ ਸਾਨੂੰ ਯਾਦ ਕਰਨ ਦੀ, ਮਹਾਰਾਜ ਨੂੰ ਚੇਤੇ ਕਰਨ ਦੀ ਲੋੜ ਹੈ। ਮਹਾਰਾਜ ਸਾਨੂੰ ਚੇਤੇ ਕਰਦੇ ਨੇ, ਅਸੀਂ ਮਹਾਰਾਜ ਨੂੰ ਚੇਤੇ ਨਹੀਂ ਕਰਦੇ। ਸੋ ਅਸੀਂ ਭਾਈ ਗੁਰੂ ਨਾਲ ਜੁੜੀਏ, ਗੁਰੂ ਨੂੰ ਅਸੀਂ ਹਰ ਸਮੇਂ ਚੇਤੇ ਰੱਖੀਏ। ਸੋ ਮਹਾਰਾਜ ਕਿਰਪਾ ਕਰਨ। ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਬਚਾਇਆ ਹੈ ਬੰਦੀ ਖਾਨੇ ਦੇ ਵਿੱਚੋਂ, ਸਾਨੂੰ ਵੀ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀਓ। ਆਹ ਜਿਹੜਾ 84 ਲੱਖ ਦਾ ਬੰਦੀ ਖਾਨਾ ਹੈ, ਸਾਡੀ ਇਸ ਦੇ ਵਿੱਚੋਂ ਤੁਸੀਂ ਮੰਦ ਖਲਾਸੀ ਕਰੋ। ਸਾਡੇ ਕਰਮਾਂ ਦੇ ਲੇਖ ਮਿਟਾ ਦਿਓ ਵਾਹਿਗੁਰੂ ਜੀ, ਸਾਡੇ ਕਰਮਾਂ ਨੂੰ ਮੇਟ ਦਿਓ। ਲੇਖਾ ਕਿਤੇ ਨਾ ਛੂਟੀ ਹੈ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਅਸੀਂ ਲੇਖਾਂ ਦੇ ਮੁਤਾਬਕ ਸਾਡਾ ਖਹਿੜਾ ਨਹੀਂ ਮਹਾਰਾਜ ਜੀ ਛੁੱਟ ਸਕਦਾ। ਤੁਸੀਂ ਕਿਰਪਾ ਹੀ ਕਰੋ, ਤੁਹਾਡੀ ਕਿਰਪਾ ਬਹੁਤ ਵੱਡੀ ਹੈ ਵਾਹਿਗੁਰੂ ਜੀ, ਤੁਹਾਡੀ ਕਿਰਪਾ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਹਨ, ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਸੋ ਕੱਤਕ ਦੇ ਮਹੀਨੇ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਸ ਨੂੰ ਸਾਧ ਸੰਗ ਪ੍ਰਾਪਤ ਹੋ ਜਾਂਦੀ ਹੈ। ਆਹ ਜੋ ਸਾਧ ਸੰਗਤ ਵਿੱਚ ਆਪਾਂ ਬੈਠੇ ਹਾਂ, ਇਹ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ, ਇਹ ਮਾਮੂਲੀ ਗੱਲ ਨਹੀਂ ਹੈ। ਇਸ ਦਾ ਮਹਾਰਾਜ ਨੇ ਫਲ ਬਹੁਤ ਵੱਡਾ ਦੱਸਿਆ ਹੈ। ਜਿਸ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਸੋਚਾਂ ਵਿਚਾਰਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ, ਸਾਰੇ ਉਹਦੇ ਝੁਰੇਵੇਂ ਖਤਮ ਹੋ ਜਾਣਗੇ। ਉਸ ਦੇ ਵਿੱਚ ਉਸ ਨੂੰ ਸੋਝੀ ਮਿਲੇਗੀ ਸੱਤ ਅਤੇ ਅਸੱਤ ਦੀ, ਕਿ ਸਾਨੂੰ ਕੈਸਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕਿਰਪਾ ਹੋਏਗੀ, ਚੰਗੇ ਗੁਣਾਂ ਦੀ ਸੋਝੀ ਆਏਗੀ। ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਐਸੇ ਗੁਣ ਸੰਗਤ ਕਰਕੇ ਹੀ ਮਨੁੱਖ ਸਹਿਜੇ ਹੀ ਧਾਰਨ ਕਰ ਲੈਂਦਾ ਹੈ। ਸੋ ਜਦੋਂ ਐਸੇ ਗੁਣ ਆ ਜਾਣਗੇ, ਫਿਰ ਉਹ ਮਾੜੇ ਕਰਮ ਨਹੀਂ ਕਰੇਗਾ। ਮਾੜੇ ਕਰਮ ਨਹੀਂ ਕਰੇਗਾ ਤਾਂ ਉਹ ਪਰਮੇਸ਼ਰ ਦੇ ਨਾਲ ਮਿਲ ਜਾਏਗਾ। ਸੋ ਜਾਣੀ ਸੰਗਤ ਹੈ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਪਰਮੇਸ਼ਰ ਅੱਗੇ ਅਸੀਂ ਬੇਨਤੀ ਕਰੀਏ ਕਿ ਸਾਨੂੰ ਸੰਗਤ ਦਾ ਮਿਲਾਪ ਬਖਸ਼ੋ। ਪ੍ਰਭ ਕਿਰਪਾ ਤੇ ਸਾਧ ਸੰਗ ਪਾਇਆ। ਸੋ ਪ੍ਰਭੂ ਦੀ ਕਿਰਪਾ ਨਾਲ ਹੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੋ ਉਹਦੀ ਕਿਰਪਾ ਹੋਏਗੀ, ਜਿਸ ਦੇ ਉੱਪਰ ਕਿਰਪਾ ਹੋਏਗੀ ਉਸ ਨੂੰ ਸੰਗਤ ਦੀ ਪ੍ਰਾਪਤੀ ਹੋਏਗੀ। ਸੰਗਤ ਅਸੀਂ ਵੱਧ ਤੋਂ ਵੱਧ ਕਰੀਏ ਭਾਈ। ਮਹਾਰਾਜ ਦਾ ਜਾਣੀ ਇਹੀ ਸਾਨੂੰ ਫਰਮਾਨ ਹੈ ਕਿ ਭਾਈ ਤੁਸੀਂ ਸੰਗਤ ਕਰੋ। ਕੱਤਕ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਸੰਗਤ ਕਰੋ। ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰਸਿਓ ਰੰਗ। ਜਿਉਂ-ਜਿਉਂ ਅਸੀਂ ਸੰਗਤ ਕਰਦੇ ਕਰਦੇ ਅਸੀਂ ਵਧਾਈ ਜਾਵਾਂਗੇ, ਹੋਰ ਸੰਗਤ ਕਰੀਏ, ਹੋਰ ਸੰਗਤ ਕਰੀਏ। ਸੋ ਅਸੀਂ ਕਿਸ ਤਰ੍ਹਾਂ ਅਸੀਂ ਸੰਗਤ ਵਧਾਵਾਂਗੇ, ਉਸ ਦਾ ਤਰੀਕਾ ਇਹ ਹੈ। ਇੱਕ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਅਸੀਂ ਆਉਂਦੇ ਹਾਂ, ਇੱਥੇ ਅਸੀਂ ਸਤਸੰਗ ਕਰ ਰਹੇ ਹਾਂ, ਗੁਰੂ ਦਾ ਅਸੀਂ ਜਾਣੀ ਸੰਗ ਕਰਦੇ ਹਾਂ। ਸੋ ਇਸ ਤੋਂ ਅਸੀਂ ਜਦੋਂ ਬਾਹਰ ਜਾਂਦੇ ਹਾਂ, ਅਸੀਂ ਪਾਠ ਆਰੰਭ ਕਰ ਦਿਓ, ਜਪਜੀ ਸਾਹਿਬ ਦਾ ਪਾਠ ਕਰੀ ਜਾਓ। ਅੱਜ
ਮਹੀਨਾ ਚੜ੍ਹਿਆ ਹੈ 12ਵਾਂ ਦਾ ਪਾਠ ਕਰੀ ਜਾਓ ਭਾਈ। ਸੋ ਬਾਣੀ ਸਾਡੇ ਕੋਲ ਹੈ, ਗੁਰੂ ਸਾਡੇ ਕੋਲ ਹੈ। ਬਾਣੀ ਹੀ ਤਾਂ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਸਿੱਖ ਦੇ ਕੋਲ ਬਾਣੀ ਹੈ, ਮੂਲ ਮੰਤਰ ਹੈ, ਗੁਰੂ ਉਸ ਦੇ ਕੋਲ ਨੇ। ਸੋ ਇਸ ਤਰ੍ਹਾਂ ਉਸ ਨੂੰ ਅੰਗ ਸੰਗ ਸਮਝੇਗਾ, ਜਾਣੀ ਉਹ ਇੱਕ ਸਾਧ ਸੰਗਤ ਹੈ। ਉਹ ਵੀ ਗੁਰੂ ਦਾ ਹਰ ਸਮੇਂ ਜਦੋਂ ਸੰਗ ਕਰਦਾ ਹੈ, ਗੁਰੂ ਦੇ ਸੰਗਤ ਵਿੱਚ ਰਹਿੰਦਾ ਹੈ ਸਿੱਖ। ਜਦੋਂ ਇਸ ਤਰ੍ਹਾਂ ਦਿਨ ਰਾਤ ਸੰਗਤ ਵਿੱਚ ਰਹੇਗਾ, ਵੱਧ ਤੋਂ ਵੱਧ ਕੀਰਤਨ ਸੁਣੀਏ, ਕਥਾ ਸੁਣੀਏ, ਗੁਰਬਾਣੀ ਦਾ ਪਾਠ ਸੁਣੀਏ। ਸੋ ਹੁਣ ਤਾਂ ਸਾਧਨ ਵੀ ਬਹੁਤ ਨੇ, ਟੈਲੀਵਿਜ਼ਨ ਰਾਹੀਂ ਵੀ ਅਸੀਂ ਸੁਣ ਸਕਦੇ ਹਾਂ, ਮੋਬਾਈਲ ਰਾਹੀਂ ਵੀ ਅਸੀਂ ਸੁਣ ਸਕਦੇ ਹਾਂ। ਇਹ ਸਾਡੀ ਮਨ ਦੀ ਭਾਵਨਾ ਹੈ। ਕੋਈ ਚੰਗਾ ਕਰਮ ਬੀਜਣਾ ਚਾਹੁੰਦਾ ਹੈ, ਉਹ ਹਰ ਸਮੇਂ ਸਤਸੰਗ ਕਰਦਾ ਮੋਬਾਈਲ ਰਾਹੀਂ। ਗਲਤ ਚੀਜ਼ਾਂ ਨਹੀਂ ਦੇਖੇਗਾ ਮੋਬਾਈਲ ਦੇ ਵਿੱਚੋਂ, ਟੈਲੀਵਿਜ਼ਨ ਵਿੱਚੋਂ ਗਲਤ ਚੀਜ਼ਾਂ ਨਹੀਂ ਦੇਖੇਗਾ। ਸੋ ਜਾਣੀ ਉਸ ਦੇ ਵਿੱਚ ਵੀ ਉਸ ਨੂੰ ਸਤਸੰਗਤ ਪ੍ਰਾਪਤ ਹੁੰਦਾ ਹੈ, ਜਾਣੀ ਉਹ ਜੁੜਿਆ ਰਹਿੰਦਾ ਹੈ। ਜਾਂ ਆਪ ਨਾਮ ਜਪੀ ਜਾਏਗਾ, ਉਹ ਵੀ ਸਤਸੰਗਤ ਹੈ। ਗੁਰਬਾਣੀ ਪੜ੍ਹੀ ਜਾਏਗਾ, ਉਹ ਵੀ ਸਤਸੰਗਤ ਹੈ। ਸੇਵਾ 'ਚ ਲੱਗਿਆ ਰਹੇਗਾ ਗੁਰੂ ਦੀ, ਗੁਰੂ ਨੂੰ ਅੰਗ ਸੰਗ ਸਮਝ ਕੇ, ਉਹ ਵੀ ਗੁਰੂ ਦਾ ਸੰਗ ਹੈ। ਜਾਣੀ ਇਸ ਤਰ੍ਹਾਂ ਕਰਕੇ ਹਰ ਸਮੇਂ ਸੰਗਤ ਦੇ ਵਿੱਚ ਜੁੜਿਆ ਰਹੇ। 24 ਘੰਟੇ ਇਸ ਤਰ੍ਹਾਂ ਸਿੱਖ ਦੇ ਸੰਗਤ ਵਿੱਚ ਰਹਿ ਸਕਦੇ ਨੇ। ਸੋ ਇਸ ਦੇ ਨਾਲ ਹੀ ਸਾਰੇ ਚੁਰੇਵੇਂ ਫਿਕਰ 84 ਲੱਖ ਦਾ ਬੰਧਨ ਕੱਟਿਆ ਜਾਏਗਾ। ਜਾਣੀ ਸਾਨੂੰ ਵੱਧ ਤੋਂ ਵੱਧ ਸੰਗਤ ਕਰਨੀ ਚਾਹੀਦੀ ਹੈ। ਇਹ ਸਾਨੂੰ ਅੱਜ ਦਾ ਉਪਦੇਸ਼ ਸਤਿਗੁਰੂ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ। ਸੋ ਅਸੀਂ ਭਾਈ ਹਿਰਦੇ ਵਿੱਚ ਧਾਰਨ ਕਰੀਏ। ਆਓ 2 ਮਿੰਟ ਵਾਸਤੇ ਅਸੀਂ ਵਾਹਿਗੁਰੂ ਦਾ ਨਾਮ ਜਪੀਏ, ਤਾਂ ਕਰਕੇ ਸਾਡੇ ਵੀ ਜਿਹੜੇ ਕਰਮ ਨੇ ਉਹ ਕੱਟੇ ਜਾ ਸਕਣ। ਹਰ ਕਾ ਨਾਮ ਕਾਟੈ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟ ਦਿੰਦਾ ਹੈ ਪਰਮੇਸ਼ਰ ਦਾ ਨਾਮ। ਘੋਰ ਦੁਖਿੰ ਅਨਕ ਹਤਿੰ ਜਨਮ ਦਰਿਦ੍ਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵ ਕਾਸਟ ਭਸਮ ਕਰੋਤ। ਅਤੇ ਜਾਣੀ ਪਰਮੇਸ਼ਰ ਦਾ ਨਾਮ ਜਿਸ ਤਰ੍ਹਾਂ ਕਿ ਅਗਨੀ ਲੱਕੜੀ ਨੂੰ ਜਲਾ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਸਾਡੇ ਮਾੜੇ ਕਰਮਾਂ ਨੂੰ ਜਲਾ ਕੇ ਸੁਆਹ ਕਰ ਦੇਵੇਗਾ। ਜਾਣੀ ਪਰਮੇਸ਼ਰ ਵਿੱਚ ਅਭੇਦਤਾ ਕਰ ਦੇਵੇਗਾ। ਆਓ ਜੀ ਆਪਾਂ ਵੀ 2 ਮਿੰਟ ਵਾਸਤੇ ਨਾਮ ਦਾ ਅਸੀਂ ਸਿਮਰਨ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। 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 ਸਾਧ ਸੰਗਤ ਜੀ, ਬੋਲਦਿਆਂ ਹਾਂ ਤੋਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਮਹਾਰਾਜ ਜੀ ਖਿਮਾ ਬਖਸ਼ਣ, ਸਮੂਹ ਸਾਧ ਸੰਗਤ ਖਿਮਾ ਬਖਸ਼ੇ ਜੀ। ਆਓ ਜੀ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।